ਝੱਲਿਆ ਦਿਲਾ ਸਿਆਣਪ ਤੂੰ ਬਾਹਲੀ ਕਰਦਾ ਹੈ, ਝੱਲਿਆ ਦਿਲਾ ਸਿਆਣਪ ਤੂੰ ਬਾਹਲੀ ਕਰਦਾ ਹੈ, ਪਰਖਣ ਲੱਗਿਆ ਬੰਦਾ ਅਕਸਰ ਕਾਹਲੀ ਕਰਦਾ। ਇਹ ਸਤਰਾਂ ਨੇ ਕੁਝ ਜੋ ਜ਼ਿੰਦਗੀ ਨੂੰ ਬਿਆਨ ਕਰਦੀਆਂ ਨੇ ਥੋੜ੍ਹੇ ਲਫ਼ਜ਼ਾਂ ਦੇ ਵਿੱਚ। ਸਵਾਗਤ ਹੈ ਤੁਹਾਡਾ ਤੇ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸੁੱਖਾ ਖੇੜੀਵਾਲਾ। ਅੱਜ ਇੱਕ ਅਜਿਹੀ ਸ਼ਖਸੀਅਤ ਨੂੰ ਮਿਲਵਾਵਾਂਗੇ ਜਿਨ੍ਹਾਂ ਨੇ ਇਸ ਕਰੋਨਾ ਕਾਲ ਦੌਰਾਨ, ਇਸ ਮਹਾਮਾਰੀ ਦੌਰਾਨ ਜਿਨ੍ਹਾਂ ਵੀ ਘਰਾਂ ਦੇ ਵਿੱਚ ਆਪਣਾ ਸਮਾਂ ਬਿਤਾਇਆ, ਜਾਂ ਕਹਿ ਸਕਦੇ ਹਾਂ ਕਿ ਹੁਣ ਤੱਕ ਦਾ ਜਿਹੜਾ ਸਮਾਂ ਆਪਾਂ ਸਾਰਿਆਂ ਨੇ ਗੁਜ਼ਾਰਿਆ, ਕਿ ਤੁਸੀਂ ਸੋਚ ਸਕਦੇ ਹੋ ਕਿ ਉਹ ਜਿਹੜਾ ਸਮਾਂ ਉਹ ਇੱਕ ਕਿਤਾਬ ਦੇ ਵਿੱਚ ਲਿਖਿਆ ਗਿਆ ਹੋਵੇ, ਪਿਰੋਇਆ ਗਿਆ ਹੋਵੇ, ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਗਿਆ ਹੋਵੇ। ਜੀ ਹਾਂ, ਅੱਜ ਅਜਿਹੇ ਸ਼ਖਸ ਨਾਲ ਮਿਲਾਵਾਂਗੇ ਜਿਸ ਦਿਨ ਤੋਂ ਐਲਾਨ ਹੋਇਆ ਕਰੋਨਾ ਮਹਾਮਾਰੀ ਦੇ ਚੱਲਦਿਆਂ, ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਵੀ ਕੁਛ ਘਰਾਂ ਦੇ ਵਿੱਚ ਗੁਜ਼ਰਿਆ ਸਮਾਂ ਕਿਸ ਤਰ੍ਹਾਂ ਗੁਜ਼ਰਿਆ, ਉਹ ਭਾਵੇਂ ਸੀਰੀਅਲ ਦੇਖ ਕੇ ਜਾਂ ਫਿਰ ਘਰਾਂ ਦੇ ਵਿੱਚ ਬੋਰ ਹੋ ਕੇ, ਹਰ ਤਰ੍ਹਾਂ ਦਾ ਸਮਾਂ ਜਿਸ ਤਰ੍ਹਾਂ ਵੀ ਦੁਨੀਆ ਨੇ ਬਿਤਾਇਆ, ਪੂਰੇ ਵਰਲਡ ਨੇ, ਸਿਰਫ ਪੰਜਾਬ ਨੇ ਹੀ ਨਹੀਂ ਪੂਰੇ ਵਰਲਡ ਨੇ ਜਿਵੇਂ ਸਮਾਂ ਗੁਜ਼ਾਰਿਆ, ਘਰਾਂ ਦੇ ਵਿੱਚ ਲੋਕਾਂ ਨੂੰ ਜੋ ਮੁਸ਼ਕਲਾਂ ਫੇਸ ਕੀਤੀਆਂ, ਉਹਨਾਂ ਦੇ ਬਾਰੇ ਜਾਣਕਾਰੀ ਇਸ ਕਿਤਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਕਰੋਨਾ ਕਾਲ ਨਾਂ ਦਿੱਤਾ ਗਿਆ ਇਸ ਕਿਤਾਬ ਨੂੰ, ਤੇ ਇਸ ਕਿਤਾਬ ਦੇ ਵਿੱਚ ਬੜੇ ਸੋਹਣੇ ਅਲਫਾਜ਼ ਸੁਣਨ ਨੂੰ ਦੇਖਣ ਨੂੰ ਮਿਲਦੇ ਨੇ। ਇਹਨਾਂ ਅਲਫਾਜ਼ ਦੇ ਜਿਹੜੇ ਮਤਲਬ ਨੇ ਉਹ ਬੜੇ ਹੀ ਡੂੰਘੇ ਨੇ। ਗੱਲਬਾਤ ਕਰਦੇ ਹਾਂ, ਮਦਨ ਮਦਹੋਤ ਜੀ ਸਾਡੇ ਨਾਲ ਨੇ। ਸਵਾਗਤ ਹੈ ਤੁਹਾਡਾ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਰਾਹੀਂ ਸੁੱਖਾ ਖੇੜੀ ਜੀ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਨਮਾਣੇ ਦਾਸ ਨੂੰ ਮਾਣ ਬਖਸ਼ਿਆ। ਮਦਹੋਤ ਸਾਹਿਬ, ਸਾਨੂੰ ਇਹ ਦੱਸੋ ਕਿ ਕਰੋਨਾ ਕਾਲ ਹੈ ਕੀ ਆ? ਕਿਤਾਬ ਦੇ ਵਿੱਚ ਜਿਵੇਂ ਨਾਮ ਪਾਇਆ, ਸਭ ਨੂੰ ਪਤਾ ਵੀ ਠੀਕ ਹੈ, ਕਰੋਨਾ ਨੂੰ ਲੈ ਕੇ ਹੈ ਕੀ ਅਸਲ ਦੇ ਵਿੱਚ? ਇਹ ਵਾਸਤਵਿਕ ਰੂਪ ਦੇ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਹੈ। ਬੇਸ਼ੱਕ ਇਹਦਾ ਇੱਕ ਨਾਂ ਗਜ਼ਲ ਸੰਗ੍ਰਹਿ ਹੈ, ਕਰੋਨਾ ਕਾਲ ਹੈ, ਲੇਕਿਨ ਜੋ ਕੁਛ ਇਹਦੇ ਵਿੱਚ ਲਿਖਿਆ ਗਿਆ ਹੈ ਉਹ ਉਸ ਦੌਰਾਨ 'ਚ, ਲੋਕਡਾਊਨ ਦੌਰਾਨ ਦੇ ਵਿੱਚ, ਮਹਾਂਮਾਰੀ ਦੇ ਵਿੱਚ ਜੋ ਵਾਪਰਿਆ ਪੂਰੀ ਦੁਨੀਆ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ, ਪੂਰੇ ਰਾਜ ਦੇ ਵਿੱਚ, ਉਹਨੂੰ ਸ਼ਬਦਾਂ ਰਾਹੀਂ ਪਰੋ ਕੇ ਇੱਕ ਕਾਵਿ ਸੰਗ੍ਰਹਿ ਦਾ ਰੂਪ ਦਿੱਤਾ ਗਿਆ, ਜਿਸ ਤੋਂ ਮਤਲਬ ਆਉਣ ਵਾਲੀ ਪੀੜ੍ਹੀ, ਆਉਣ ਵਾਲੇ ਬੱਚੇ ਇਸ ਨੂੰ ਇੱਕ ਦਸਤਾਵੇਜ਼ ਦੇ ਵਜੋਂ ਜਾਣਨਗੇ ਵੀ ਕਿਹੜੀ ਤਰੀਕ ਨੂੰ ਕਿਹੜੀ ਸਰਕਾਰ ਨੇ ਕੀ ਐਲਾਨ ਕੀਤਾ, ਅਤੇ ਅਸੀਂ ਲੋਕ ਜਿਹੜੇ ਲੋਕਡਾਊਨ ਦੇ ਵਿੱਚ ਘਰਾਂ 'ਚ ਰਹੇ ਤਾਂ ਅਸੀਂ ਆਪਦਾ ਸਮਾਂ ਕਿਵੇਂ ਬਿਤਾਇਆ, ਕੀ ਸਾਨੂੰ ਮੁਸ਼ਕਲਾਂ ਆਈਆਂ, ਕਿਵੇਂ ਉਹ ਸਮਾਂ ਸਾਡੇ ਨਾਲ ਵਿਪਰਿਆ। ਹਰ ਘਟਨਾ ਨੂੰ ਨਵੇਂ ਢੰਗ, ਨਵੇਂ ਰੂਪ ਦੇ ਵਿੱਚ ਲਿਖਿਆ ਗਿਆ। ਕਿੰਨੇ ਸਮਾਂ ਕਹਾਂਗੇ, ਕਿੰਨਾ ਕੁ ਸਮਾਂ ਇਸ ਕਿਤਾਬ ਨੂੰ ਜਿਹੜਾ ਲਿਖਣ ਲਈ ਲੱਗ ਗਿਆ? ਇਹ ਕਿਤਾਬ ਪੂਰੇ 4 ਮਹੀਨਿਆਂ ਦੀ ਘਾਲਣਾ ਹੈ ਜੀ। ਪੂਰੇ 4 ਮਹੀਨਿਆਂ ਦੇ ਵਿੱਚ ਇਸ ਨੂੰ ਕੰਪਲੀਟ ਕੀਤਾ ਗਿਆ ਔਰ ਪੂਰਾ ਕਰੋਨਾ ਕਾਲ ਦੇ ਵਿੱਚ ਕਵਰ ਕੀਤਾ ਗਿਆ। ਕੀ ਖਾਸ ਗੱਲਾਂ ਨੇ ਜੀ ਇਹਦੇ 'ਚ? ਇਹਦੇ 'ਚ ਜਿਵੇਂ ਜੀ ਸਰਕਾਰ ਲੋਕਡਾਊਨ ਦਾ ਐਲਾਨ ਕਰਦੀ ਹੈ, ਕਦੋਂ ਤੋੜਦੀ ਹੈ, ਕੀ ਹਦਾਇਤਾਂ ਦਿੰਦੀ ਹੈ, ਕੀ ਵਿਵਸਥਾ ਕਿਵੇਂ ਹਿੱਲੀ, ਆਮ ਆਦਮੀ ਕਿਵੇਂ ਹਿੱਲਿਆ, ਗਰੀਬ ਆਦਮੀ ਦਾ ਕੀ ਬਣਿਆ, ਅਤੇ ਆਮ ਲੋਕਾਂ ਨੇ ਕੀ ਮਹਿਸੂਸ ਕੀਤਾ। ਲੋਕਾਂ ਨੇ ਸੈਨੀਟਾਈਜ਼ਰ ਬਾਰੇ ਦੱਸਿਆ ਵੀ ਲੋਕਾਂ ਨੇ ਕਿਵੇਂ ਹੱਥ ਧੋਣ ਦਾ, ਮੂੰਹ ਢੱਕਣ ਦਾ ਜਾਂ ਲੰਗਰ ਲਾਉਣ ਦਾ, ਮਤਲਬ ਜਿਹੜੀ ਵਿਵਸਥਾ ਸਾਡੇ ਲੀਡਰਾਂ ਨੇ ਉਹ ਵੀ ਦੱਸਿਆ ਵੀ ਕਿੱਥੇ ਆਪਦੀ ਸ਼ੋਹਰਤ ਚਮਕਾਉਣ ਲਈ ਡਰਾਮੇਬਾਜ਼ੀ ਕੀਤੀ। ਘਰਾਂ 'ਚ ਹੋ ਰਿਹਾ ਜਿਹੜਾ ਵੀ ਕੁਛ ਸੀ, ਸਾਰਾ ਘਰਾਂ 'ਚ ਵੀ ਬਾਹਰ ਵੀ ਜੀ, ਸਾਰਾ ਇਹਦੇ ਵਿੱਚ ਹਾਲਾਤ ਨੂੰ ਬਹੁਤ ਵਧੀਆ ਢੰਗ ਨਾਲ ਪਰੋਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਕੀ ਪੰਕਤੀਆਂ ਮਤਲਬ ਕਿ ਇਹਦੇ ਵਿੱਚ ਕੀ ਦਰਜ ਕੀਤਾ? ਥੋੜ੍ਹਾ ਸਾਨੂੰ ਵਿੱਚ ਕਿਤਾਬ 'ਤੇ ਜਾ ਕੇ ਸਾਨੂੰ ਥੋੜ੍ਹਾ ਸਮਝਾਓ ਕਿ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਹੈ। ਪਹਿਲੇ ਅਲਫਾਜ਼ ਮੈਂ ਪੜ੍ਹੇ ਸਨ, ਜਿਹੜੇ ਕੁਛ ਲਾਈਨ ਸੀ ਅੱਗੇ, ਉਹ ਬੜੀਆਂ ਵਧੀਆ ਲਾਈਨਾਂ ਸਨ, ਹਾਲਾਂਕਿ ਕੁਛ ਬਹੁਤ ਥੋੜ੍ਹੇ ਅਕਸਰ ਸੀ, ਪਰ ਉਹ ਕਾਫੀ ਜ਼ਿਆਦਾ ਬਿਆਨ ਕਰਦੇ ਆ ਜੀ। ਹਾਂਜੀ, ਸਭ ਤੋਂ ਪਹਿਲਾਂ ਜਦੋਂ ਕਿਤਾਬ ਦੀ ਦਿਲ ਚੱਕਣ ਸਾਰ ਹੀ ਇੱਕ ਸ਼ੇਰ ਹੈ ਜਿਹਨੂੰ ਮੱਦੇ ਨਜ਼ਰ ਰੱਖ ਕੇ ਲਗਭਗ ਇਹ ਕਿਤਾਬ ਲਿਖੀ ਗਈ ਹੈ। ਉਹ ਸ਼ੇਰ ਹੈ ਜੀ, ਕਸਮਾਂ ਜੇਕਰ ਸੱਚੀਆਂ ਹੁੰਦੀਆਂ, ਕਸਮਾਂ ਜੇਕਰ ਸੱਚੀਆਂ ਹੁੰਦੀਆਂ, ਹੁਣ ਤੱਕ ਰੱਬ ਨੇ ਮਰ ਜਾਣਾ ਸੀ। ਕੀ ਮਤਲਬ ਸੀ ਇਹਦਾ? ਇਹ ਜਿਹੜੀ ਝੂਠੀ ਦੁਨੀਆ ਹੈ, ਅਸੀਂ ਲੋਕ ਬਨਾਵਟੀ ਰੂਪ 'ਚ ਫਿਰਦੇ ਹਾਂ, ਉਹਨੂੰ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਦੱਸਿਆ। ਫਿਰ ਦੁਬਾਰਾ ਦੱਸਦਾ, ਕਸਮਾਂ ਜੇਕਰ ਸੱਚੀਆਂ ਹੁੰਦੀਆਂ, ਹੁਣ ਤੱਕ ਰੱਬ ਨੇ ਮਰ ਜਾਣਾ ਸੀ। ਮਤਲਬ ਬਹੁਤ ਸੁਚੱਜੇ ਢੰਗ ਨਾਲ ਗੱਲ ਕਹੀ ਹੈ। ਇਹਦੇ ਅਰਥ ਆਪਦੇ ਢੰਗ ਨਾਲ ਨਿਕਲਦੇ ਨੇ ਜੀ। ਮਤਲਬ ਜਿਹੜੀ ਅੱਜ ਕੱਲ੍ਹ ਆਪਾਂ ਝੂਠੀਆਂ ਕਸਮਾਂ ਰੱਬ ਦੀ ਸਹੁੰ, ਸਾਰਾ ਕੁਝ ਹੀ ਜਿਹੜੀ ਅੱਜ ਦੀ ਸਾਡੀ ਜ਼ਿੰਦਗੀ ਹੈ,
ਲਗਭਗ ਉਹਦਾ ਬੇਸ ਝੂਠ ਹੀ ਹੈ। ਉਹਨੂੰ ਬਹੁਤ ਛੋਟੇ ਸ਼ਬਦਾਂ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਜੀ ਸਭ ਤੋਂ ਪਹਿਲੀ ਮੈਂ ਗਜ਼ਲ ਜਦੋਂ ਹਾਲਾਤ ਦੇਖੇ, ਲੋਕਡਾਊਨ ਲੱਗਿਆ ਸ਼ੁਰੂ 'ਚ, ਤਾਂ ਪਹਿਲੀ ਗਜ਼ਲ ਲਿਖੀ ਔਰ ਫੇਸਬੁੱਕ ਤੇ ਪਾਈ ਤੇ ਲੋਕਾਂ ਦਾ ਬੜਾ ਰਿਸਪੌਂਸ ਆਇਆ। ਫਿਰ ਮੈਂ ਹੌਸਲਾ ਹੋ ਕੇ ਦੂਜੀ ਲਿਖੀ, ਫਿਰ ਤੀਜੀ ਲਿਖੀ। ਜਿਵੇਂ ਸਾਡੇ ਆਮ ਕਹਾਵਤ ਹੈ ਵੀ ਚੜ੍ਹ ਜਾ ਬੇਟਾ ਸੂਲੀ ਰਾਮ ਭਲੀ ਕਰੇਂਗੇ, ਉਹ ਕਹਿ ਕੇ ਲੋਕਾਂ ਨੇ, ਮੇਰੇ ਪ੍ਰਸ਼ੰਸਕਾਂ ਨੇ, ਮੇਰੇ ਪਾਠਕਾਂ ਨੇ ਲਗਭਗ ਮੇਰੀ ਕਿਤਾਬ ਇਹ ਪੂਰੀ ਕਰਵਾਤੀ। ਜਿਵੇਂ ਪਹਿਲੀ ਗਜ਼ਲ ਦਾ ਮੈਂ ਮਤਲਬ 2 ਸ਼ੇਰ ਉਹਦੇ ਵਿੱਚੋਂ ਦੱਸਦਾ। ਕਹਿੰਦਾ ਡਰੇ ਡਰੇ ਸਹਿਮੇ ਸਹਿਮੇ ਅੰਦਰ ਆਪਣੇ ਘਰਾਂ ਬੈਠੇ ਹਾਂ, ਡਰੇ ਡਰੇ ਸਹਿਮੇ ਸਹਿਮੇ ਅੰਦਰ ਆਪਣੇ ਘਰਾਂ ਬੈਠੇ ਹਾਂ, ਭਾਵੇਂ ਦਿਲਾਂ ਵਿੱਚ ਰਹਿੰਦੇ ਹਾਂ ਪਰ ਪਰਾਂ ਪਰਾਂ ਬੈਠੇ ਹਾਂ। ਇਸੇ ਗਜ਼ਲ 'ਚ ਇੱਕ ਸ਼ੇਰ ਹੈ, ਕੋਈ ਸ਼ੱਕ ਨਹੀਂ ਬਹੁਤ ਦੁਖੀ ਹਾਂ ਸਮੇਂ ਦੀਆਂ ਸਰਕਾਰਾਂ ਤੋਂ, ਕੋਈ ਸ਼ੱਕ ਨਹੀਂ ਬਹੁਤ ਦੁਖੀ ਹਾਂ ਸਮੇਂ ਦੀਆਂ ਸਰਕਾਰਾਂ ਤੋਂ, ਸਮਝ ਨਹੀਂ ਆਉਂਦੀ ਅਣਆਈ ਮੌਤ ਕਿਵੇਂ ਮਰਾਂ ਬੈਠੇ ਹਾਂ। ਇੱਕ ਸ਼ੇਰ ਹੈ, ਵਿੱਚ ਘਰਾਂ ਦੇ ਕੈਦ ਹੋ ਗਏ ਫਲ ਆਪਣੀਆਂ ਕਰਤੂਤਾਂ ਦੇ, ਵਿੱਚ ਘਰਾਂ ਦੇ ਕੈਦ ਹੋ ਗਏ ਆਪਣੀਆਂ ਕਰਤੂਤਾਂ ਦੇ, ਹੁਣ ਘਰ ਵਾਲੇ ਵੀ ਆਖਣ ਲੱਗੇ ਮਰ ਪਰਾਂ ਬੈਠੇ ਹਾਂ, ਡਰੇ ਡਰੇ ਸਹਿਮੇ ਸਹਿਮੇ ਅੰਦਰ ਆਪਣੇ ਘਰਾਂ ਬੈਠੇ ਹਾਂ। ਜਦੋਂ ਲੋਕ ਘਰਾਂ ਦੇ ਵਿੱਚ ਬੈਠੇ ਸੀ, ਜਦੋਂ ਸਟਾਰਟਿੰਗ ਦੀ ਸਾਨੂੰ ਲੋਕਾਂ ਨੂੰ ਨਵਾਂ ਡਰ ਪੈਦਾ ਹੋਇਆ, ਤਾਂ ਉਦੋਂ ਮੈਂ ਮਤਲਬ ਅਗਲੀ ਗਜ਼ਲ 'ਚ ਕਿਹਾ, ਗਜ ਗਜ ਦੇ ਫਾਸਲੇ ਤੇ ਪਾਈ ਦੇ ਨੇ ਬੱਚੇ, ਫਿਰ ਆਪਣੇ ਕਮਰੇ 'ਚ ਜਾ ਕੇ ਮੈਂ ਸੋਨਾ, ਜਦੋਂ ਦਾ ਆਇਆ ਹੈ ਵਾਇਰਸ ਕਰੋਨਾ, ਮੈਂ ਤਾਂ ਕੱਪੜੇ ਵੀ ਧੋਣਾ, ਮੈਂ ਤਾਂ ਭਾਂਡੇ ਵੀ ਧੋਣਾ। ਮਤਲਬ ਮੈਂ ਇਸ ਜਿਹੜੀ ਕਿਤਾਬ ਹੈ, ਮੈਂ ਇੱਕ ਵਾਰੀ ਫੇਰ ਦੱਸ ਦਿਆਂ, ਇਹ ਰਵਾਇਤੀ ਗਜ਼ਲਾਂ ਦੀ ਕਿਤਾਬ ਨਹੀਂ ਹੈ, ਇਹ ਲੋਕਾਇਤੀ ਗਜ਼ਲਾਂ ਦੀ ਕਿਤਾਬ ਹੈ। ਇਹਦਾ ਇੱਕ ਇੱਕ ਅੱਖਰ ਸਰਲ ਹੈ ਅਤੇ ਆਮ ਲੋਕਾਂ ਦੀ ਭਾਵਨਾ, ਪੀੜਾ, ਦਰਦ ਨਾਲ ਗੱਲ ਕਰਦਾ ਹੈ। ਅਤੇ ਸਾਰੀ ਕਿਤਾਬ ਜਿਹੜੀ ਹੈ ਉਹ ਆਮ ਬੰਦੇ ਨਾਲ ਗੱਲ ਕਰਦੀ ਤੁਰੀ ਜਾਂਦੀ ਹੈ। ਜਿਉਂ ਅਸੀਂ ਇਹਨੂੰ ਪੜ੍ਹਦੇ ਹਾਂ, ਇਹਦੇ ਵਿੱਚ ਸਭ ਕੁਝ ਇਤਿਹਾਸ ਆ ਜਿਹੜਾ ਹੁਣ ਤੱਕ ਗੁਜ਼ਰਿਆ ਸਮਾਂ, ਤਾਂ ਪੂਰਾ ਦਸਤਾਵੇਜ਼ ਹੈ ਜੀ ਇਹ, ਜਿਹੜਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੰਮ ਕਰੂਗਾ। ਹਰ ਨਵੀਂ ਪੀੜ੍ਹੀ ਨੂੰ, ਮਤਲਬ ਨਵੀਂ ਪੀੜ੍ਹੀ ਨੂੰ ਸੇਧ ਦੇਊਗਾ, ਜਾਗਰੂਕ ਕਰੂਗੀ। ਜਿਵੇਂ ਹੁਣ ਵੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਤੇ ਨਵੀਂ ਪੀੜ੍ਹੀ ਨੂੰ ਨਵੀਂ ਸੇਧ ਦੇਊਗਾ ਤੇ ਸਾਡੇ ਪਿਛੋਕੜ ਬਾਰੇ ਦੱਸੂਗਾ ਵੀ ਜਿਹੜਾ ਉਹ ਸਮਾਂ ਸਾਡੇ ਦੌਰ ਆਇਆ। ਜਿਵੇਂ ਕਿਸੇ ਟਾਈਮ ਪਹਿਲਾਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਵੀ ਪਲੇਗ ਆਈ ਜਾਂ ਹੋਰ ਇੱਦਾਂ ਦੀਆਂ ਬਿਮਾਰੀਆਂ ਆਈਆਂ, ਉਹ ਸਾਨੂੰ ਤਾਂ ਪਤਾ ਨਹੀਂ ਹੈ, ਸਾਡੇ ਬਜ਼ੁਰਗਾਂ ਨੇ ਕਹਾਣੀਆਂ ਜਾਂ ਕਿਤਾਬਾਂ 'ਚੋਂ ਸਾਨੂੰ ਮਿਲੇ। ਉਸੇ ਤਰ੍ਹਾਂ ਇਹ ਵਾਇਰਸ ਜਿਹੜਾ ਹੈ ਕਰੋਨਾ ਜਾਂ ਕੋਵਿਡ-19, ਇਹਦੇ ਬਾਰੇ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਇਹਦੇ ਵਿੱਚੋਂ ਬਹੁਤ ਕੁਝ ਗਿਆਨ ਪ੍ਰਾਪਤ ਕਰੂਗੀ ਔਰ ਹਰ ਚੀਜ਼ ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਦੇਖਿਆ ਕਿ ਤਰੀਕਾਂ ਵੀ ਨਾਲ ਮੈਂਸ਼ਨ ਕੀਤੀਆਂ ਹੋਈਆਂ ਨੇ ਇਹ ਜਿਹੜੀਆਂ। ਹਾਂਜੀ, ਇਹਦੇ 'ਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਵੀ ਹਰ ਗਜ਼ਲ, ਹਰ ਸ਼ਬਦ ਉਸ ਵੇਲੇ ਲਿਖਿਆ ਗਿਆ ਹੈ ਜਦੋਂ ਉਸ ਸ਼ਬਦ ਨੂੰ ਕਿਸੇ ਵੱਡੇ ਲੀਡਰ ਜਾਂ ਮਹਾਂਪੁਰਸ਼ ਨੇ ਜਾਂ ਸਰਕਾਰ ਨੇ ਦੁਹਰਾਇਆ, ਲੋਕਾਂ ਨੂੰ ਸੰਕੇਤ ਦਿੱਤਾ ਹੈ ਜਾਂ ਲੋਕਾਂ ਨੂੰ ਸੇਧ ਦਿੱਤੀ ਹੈ ਜਾਂ ਕੋਈ ਐਲਾਨ ਕੀਤਾ ਹੈ, ਕਿਸ ਤਰ੍ਹਾਂ ਦਾ ਉਹਨਾਂ ਨੇ ਸਿਸਟਮ ਚਲਾਇਆ ਹੈ। ਉਹੀ ਸ਼ਬਦ ਉਸੇ ਦਿਨ ਪਰੋਏ ਨੇ, ਹੂਬ ਉਹੀ ਸ਼ਬਦਾਂ ਨੂੰ ਉਸੇ ਦਿਨ ਪਰੋ ਕੇ ਲੋਕਾਂ ਨੂੰ ਨਵੀਂ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਚੱਲੀਏ ਜੀ ਆਪਾਂ ਥੋੜਾ। ਹਾਂਜੀ, ਜਿਵੇਂ ਲਿਖਿਆ, ਤਰੀਕ ਵੀ ਨਾਲ ਦੱਸ ਦਿਆ ਕਰੋ। ਜਿਵੇਂ 9 ਅਪ੍ਰੈਲ ਨੂੰ ਬੜਾ ਜ਼ੋਰ ਚੱਲਿਆ ਵੀ ਕੋਵਿਡ-19 ਤੋਂ ਬਚੋ, ਤਾਂ ਮੈਂ ਉਦੋਂ ਲਿਖਿਆ, ਪਤੀ ਪਤਨੀ ਵੀ ਦੂਰ ਦੂਰ ਨੱਸਣ ਲੱਗ ਪਏ, ਸਾਰੇ ਰਿਸ਼ਤੇ ਭੈਣ ਭਰਾ ਜੇ ਲੱਗਣ ਲੱਗ ਪਏ। ਮਤਲਬ ਲੋਕਾਂ ਦੇ ਘਰਾਂ 'ਚ ਵੀ ਇਹ ਸਿਸਟਮ ਹੋ ਗਿਆ ਕਿ ਉਹੀ ਸ਼ਕਲਾਂ ਬੱਚਿਆਂ ਦੀਆਂ, ਉਹੀ ਜਨਾਨੀ, ਉਹੀ ਆਦਮੀ। ਤਾਂ ਰਿਸ਼ਤਿਆਂ ਨੂੰ ਮੈਂ ਦੱਸਿਆ ਵੀ ਉਸ ਵੇਲੇ ਸਾਡੀ ਕੀ ਪੋਜੀਸ਼ਨ ਸੀ। ਹਾਂਜੀ, ਸਿੱਠਣੀਆਂ ਤੇ ਮਿਹਣੇ ਬੜਕਾਂ ਸਾਰੇ ਭੁੱਲ ਗਏ, ਸਿੱਠਣੀਆਂ ਤੇ ਮਿਹਣੇ ਬੜਕਾਂ ਸਾਰੇ ਭੁੱਲ ਗਏ, ਆਪਣੇ ਹੀ ਘਰ ਲੁਕ ਲੁਕ ਕੇ ਖੰਘਣ ਲੱਗ ਪਏ। ਮਤਲਬ ਸਾਡੀ ਸਤਰਾਂ ਵੀ ਜਦੋਂ ਸਰਕਾਰ ਨੇ ਐਲਾਨ ਕੀਤਾ ਵੀ ਲੋਕਾਂ ਦਾ ਸਮਾਂ ਜਿਹੜਾ ਹੈ ਉਹ ਕਿੱਦਾਂ ਪਾਸ ਹੋਊਗਾ, ਉਹਨੇ ਸਭ ਤੋਂ ਪਹਿਲਾਂ ਰਾਮਾਇਣ ਸੀਰੀਅਲ ਸ਼ੁਰੂ ਕੀਤਾ, ਉਸ ਤੋਂ ਬਾਅਦ ਬਾਕੀ ਸੀਰੀਅਲ ਚਲਾਏ, ਮਹਾਭਾਰਤ ਦਾ ਐਲਾਨ ਕੀਤਾ ਵੀ ਤੋਂ ਬਾਅਦ ਚਲਾਵਾਂਗੇ। ਤਾਂ ਮੈਂ ਆਪਣੀ ਗਜ਼ਲ ਦਾ ਪਹਿਲਾ ਤੇ ਆਖਰੀ ਸ਼ੇਰ ਸੁਣਾਉਣਾ ਵੀ ਰਾਮਾਇਣ ਦੇਖ ਕੇ ਵੀ ਘਰਾਂ ਦੇ ਵਿੱਚ ਉਹੀ ਲੜਾਈ ਝਗੜੇ 24 ਘੰਟੇ ਇਕੱਠੇ ਰਹਿਣਾ, ਤੇ ਉਹਨੂੰ ਮੈਂ ਕਿਵੇਂ ਵਿਖਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਪੁੱਤਾਂ ਅੱਜ ਰਾਮਾਇਣ ਦੇਖੀ ਬਹਿ ਕੇ ਵਿੱਚ ਪਰਿਵਾਰ ਦੇ, ਫਿਰ ਉੱਚੀ ਉੱਚੀ ਬੋਲ ਕੇ ਮੈਨੂੰ ਸਮਝਾਏ ਨਿਯਮ ਸੰਸਾਰ ਦੇ। ਮੈਂ ਮਤਲਬ ਲਾਸਟ ਦੇ ਵਿੱਚ ਲਿਖਿਆ, ਮਹਾਭਾਰਤ ਜੇ ਦੇਖਣ ਲੱਗ ਪਏ ਤਾਂ ਕੀ ਬਣੂ ਪਰਿਵਾਰਾਂ ਦਾ, ਮਹਾਭਾਰਤ ਜੇ ਵੇਖਣ ਲੱਗ ਪਏ ਤਾਂ ਕੀ ਬਣੂ ਸਰਕਾਰਾਂ ਦਾ, ਪਰਿਵਾਰਾਂ ਦਾ। ਹੁਣ ਸਦਕੇ ਜਾਈਏ ਮਦਹੋਸ਼ ਮੂਰਖਾ ਤੇਰੇ ਇਸ ਵਿਚਾਰ ਦੇ। ਵਾਹ ਜੀ ਵਾਹ, ਇਹਦਾ ਕੀ ਅਰਥ ਕੀ ਕੱਢਿਆ ਤੁਸੀਂ ਨੇ? ਮੈਂ ਇਹ ਲਿਖਿਆ ਵੀ ਜਿੰਨਾ ਅਸੀਂ ਲੋਕ ਸਮੇਂ ਦੇ ਅਨੁਸਾਰ, ਜਿਹਨੂੰ ਅਸੀਂ ਜਨਰੇਸ਼ਨ ਗੈਪ ਕਹਿੰਦੇ ਹਾਂ, ਮਾਂ ਪੁੱਤ, ਪੁੱਤ ਪਿਓ, ਭੈਣ ਭਾਈ,
ਫੇਸਬੁੱਕਾਂ ਤੇ ਰਹੇ, ਆਪਸ 'ਚ ਵਿਚਾਰ ਅੱਜ ਇਕੱਠੇ ਨਹੀਂ ਕੀਤੇ ਗਏ ਸਾਂਝੇ, ਲੇਕਿਨ ਇਸ ਦੌਰ ਨੇ ਪੂਰੇ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਮੌਕਾ ਦਿੱਤਾ, ਸਮਝਣ ਦਾ ਮੌਕਾ ਦਿੱਤਾ। ਤਾਂ ਪਹਿਲਾਂ ਜਿਹੜੀਆਂ ਔਖਾਈਆਂ ਆਈਆਂ, ਮੰਨ ਲਓ ਮੇਰੇ ਹੀ ਪੁੱਤ ਲਾਓ, ਮੈਨੂੰ ਦੇਖਣ ਵੀ ਪਾਪਾ ਸਾਡਾ ਕੀ ਲਿਖੀ ਜਾਂਦਾ, ਕੀ ਕਰੀ ਜਾਂਦਾ, ਕੀ ਹੋ ਗਿਆ ਇਹਨੂੰ, ਉਹਨੂੰ ਸਮਝ ਨਹੀਂ ਆਇਆ, ਜਾਂ ਮੈਨੂੰ ਲੱਗਿਆ ਵੀ ਯਾਰ ਮੇਰੇ ਮੁੰਡੇ ਤੇ ਕਿਵੇਂ ਉਹ ਕਰਦੇ ਆ, ਕਿਉਂਕਿ ਸਾਨੂੰ ਇਕੱਠੇ ਰਹਿਣ ਦਾ ਕਦੇ ਮੌਕਾ ਨਹੀਂ ਮਿਲਿਆ, ਇਸ ਕਰਕੇ ਮੈਂ ਲਿਖਿਆ। ਹਾਂਜੀ, ਚਲੋ ਅੱਗੇ ਚੱਲਦੇ ਜੀ ਆਪਾਂ। ਇਹ ਉਹ ਪੜ੍ਹ ਕੇ ਇਹਨਾਂ ਨੇ ਸੁਣਾਇਆ ਸੀ ਜਦੋਂ ਘਰ ਦੇ ਵਿੱਚ ਬੈਠਦੇ ਹੁੰਦੇ ਸੀ ਪਰਿਵਾਰਾਂ 'ਚ ਤੇ ਰਾਮਾਇਣ ਵੇਖਦੇ ਹੁੰਦੇ ਸੀ, ਤੇ ਸਰਕਾਰ ਨੇ ਐਲਾਨ ਕੀਤਾ ਕਿ ਇਸ ਰਾਮਾਇਣ ਤੋਂ ਬਾਅਦ ਹੁਣ ਮਹਾਭਾਰਤ ਦਾ ਸੀਰੀਅਲ ਵੀ ਦੁਬਾਰਾ ਤੋਂ ਸ਼ੁਰੂ ਕੀਤਾ ਜਾਊਗਾ ਜੀ। ਜੇਕਰ ਆਪਾਂ ਅੰਦਰ ਹੋਰ ਅੱਗੇ ਜਾਈਏ, ਹੋਰ ਦਿਨ ਟੱਪ ਗਏ ਨੇ, ਕਿੱਥੇ ਪਹੁੰਚ ਗਏ ਜੀ ਆਪਾਂ? 10 ਅਪ੍ਰੈਲ ਤੇ ਜੀ, 10 ਅਪ੍ਰੈਲ ਵਾਲੇ ਦਿਨ ਜੀ ਲਿਖਿਆ ਮੈਂ, ਕੁੱਚੇ ਗਲੀ ਮੁਹੱਲੇ ਸਭ ਵੀਰਾਨ ਪਏ ਨੇ, ਕੁੱਚੇ ਗਲੀ ਮੁਹੱਲੇ ਸਭ ਵੀਰਾਨ ਪਏ ਨੇ, ਸਾਫ ਸੁਥਰੇ ਖੁੱਲ੍ਹੇ ਖੁੱਲ੍ਹੇ ਆਸਮਾਨ ਪਏ ਨੇ, ਘਰਾਂ 'ਚ ਤਾਂ ਮੁੱਕ ਚੱਲਿਆ ਰਾਸ਼ਨ ਪਾਣੀ ਜੀ, ਘਰਾਂ 'ਚ ਤਾਂ ਮੁੱਕ ਚੱਲਿਆ ਰਾਸ਼ਨ ਪਾਣੀ, ਉਹ ਸਟੋਰਾਂ ਦੇ ਸਟੋਰ ਭਰੇ ਸਮਾਨ ਪਏ ਨੇ। ਇੱਕ ਤੰਜ਼ ਲਿਖਿਆ, ਇਸੇ ਗਜ਼ਲ ਦਾ ਮਕਤਾ ਹੈ, ਅਰਥ ਵਿਵਸਥਾ ਕਿਵੇਂ ਡੋਲ ਜੂ ਮਦਹੋਸ਼, ਅਰਥ ਵਿਵਸਥਾ ਕਿਵੇਂ ਡੋਲ ਜੂ ਮਦਹੋਸ਼, ਦਾਨ ਨਾਲ ਭਰੇ ਧਰਮ ਅਸਥਾਨ ਪਏ ਨੇ, ਦਾਨ ਨਾਲ ਭਰੇ ਧਰਮ ਅਸਥਾਨ ਪਏ ਨੇ। ਇਹ ਜੋ ਅਸਮਾਨ ਸਾਫ਼ ਦੀ ਗੱਲ ਹੈ, ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਤੁਹਾਨੂੰ ਸਭ ਨੂੰ ਪਤਾ ਕਿ ਜਲੰਧਰ ਤੋਂ ਸ਼ਿਮਲਾ ਦੀਆਂ ਪਹਾੜੀਆਂ ਵੇਖਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਅਸਮਾਨ ਇੰਨਾ ਜ਼ਿਆਦਾ ਸਾਫ਼ ਸੁਥਰਾ ਕਿ ਜਿਹੜੀ ਹਿਮਾਚਲ ਦੀਆਂ ਪਹਾੜੀਆਂ ਉਹ ਵੀ ਜਲੰਧਰ ਜਾਂ ਫਿਰ ਹੋਰ ਖੰਨੇ ਵਰਗੇ ਸ਼ਹਿਰਾਂ ਨੂੰ ਦਿਖਦੀਆਂ ਸੀ ਉਸ 10 ਅਪ੍ਰੈਲ ਵਾਲੇ ਦਿਨ। ਕਿਉਂਕਿ ਅਸੀਂ ਸਾਰੇ ਉਹ ਤਰੀਕਾਂ ਭੁੱਲ ਗਏ ਹਾਂ, ਜਿਹੜੇ ਤਰੀਕ ਨੂੰ ਅਸੀਂ ਕੁਝ ਵੇਖਿਆ ਉਹ ਸਭ ਕੁਝ ਭੁੱਲ ਗਏ ਹਾਂ, ਪਰ ਮਦਨ ਮਦਹੋਸ਼ ਜੀ ਨੇ ਉਹਨਾਂ ਤਰੀਕਾਂ ਨੂੰ ਜਿੱਥੇ ਸਾਨੂੰ ਯਾਦ ਕਰਾਇਆ ਉੱਥੇ ਹੀ ਵਿਅੰਗ ਕਸੇ ਨੇ ਇਹ ਸ਼ਬਦ ਲਿਖੇ ਨੇ ਜੀ। ਚਲੋ ਅੱਗੇ ਕਦ 12 ਅਪ੍ਰੈਲ ਪਹੁੰਚ ਗਏ ਜੀ। ਹਾਂਜੀ, 12 ਅਪ੍ਰੈਲ ਨੂੰ ਮੈਂ ਲਿਖਿਆ, ਕੋਨਾ ਕੋਨਾ ਦੂਸ਼ਿਤ ਹੋਇਆ ਅੱਜ ਮੇਰੇ ਸ਼ਹਿਰ ਦਾ, ਕੋਨਾ ਕੋਨਾ ਦੂਸ਼ਿਤ ਹੋਇਆ ਅੱਜ ਮੇਰੇ ਸ਼ਹਿਰ ਦਾ, ਉਤਰੇਗਾ ਕਰਜ਼ ਕਿੱਦਾਂ ਕੁਦਰਤੀ ਇਸ ਕਹਿਰ ਦਾ, ਹੰਭ ਗਿਆ ਸੰਸਾਰ ਸਾਰਾ ਰੁਕ ਗਏ ਸਾਹ ਤੱਕ ਵੀ, ਹੰਭ ਗਿਆ ਸੰਸਾਰ ਸਾਰਾ ਰੁਕ ਗਏ ਸਾਹ ਤੱਕ ਵੀ, ਸਾਇੰਸ ਨੂੰ ਵੀ ਲੱਭਿਆ ਨਾ ਤੋੜ ਕੋਈ ਜ਼ਹਿਰ ਦਾ। ਵਾਹ ਜੀ ਵਾਹ। ਫਿਰ ਲਿਖਿਆ ਜੀ 13 ਅਪ੍ਰੈਲ ਨੂੰ, ਇੱਕ ਗੁਣਾ ਘਟਾਓ ਨੇ ਸਾਰਾ ਗਣਿਤ ਵਿਗਾੜ ਦਿੱਤਾ, ਅਮਰੀਕਾ ਇਟਲੀ ਜਾਪਾਨ ਦਾ ਕਿਲਾ ਉਜਾੜ ਦਿੱਤਾ, ਦੁਨੀਆ ਦਾ ਵਿਗਿਆਨ ਦਵਾਈ ਲੱਭਣ ਲੱਗ ਪਿਆ, ਬੂਹੇ ਬਨੇਰੇ ਬਾਲ ਕੇ ਦੀਵਾ ਅਸਾਂ ਤਾਂ ਟੂਣਾ ਝਾੜ ਦਿੱਤਾ, ਜਾਤਾਂ ਧਰਮਾਂ ਫਿਰਕੇ ਵਿੱਚ ਵੰਡ ਰਹੇ ਸਾਨੂੰ ਲੋਕ, ਬਜਾ ਬਜਾ ਕੇ ਤਾਲੀਆਂ ਅਸਾਂ ਕਰੋਨਾ ਹੀ ਸਾੜ ਦਿੱਤਾ, ਬਜਾ ਬਜਾ ਕੇ ਤਾੜੀਆਂ। ਇਹ ਉਦੋਂ ਦਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਾੜੀਆਂ ਜਾਂ ਫਿਰ ਕੁਝ ਖੜਕਾਉਣ ਦੇ ਲਈ ਘਰਾਂ ਤੋਂ ਬਾਹਰ ਨਿਕਲਣ ਦੀ ਆਦੇਸ਼ ਦਿੱਤੇ ਸਨ। ਸਭ ਨੂੰ ਵੇਖਿਆ, ਸਭ ਨੇ ਦੇਖਿਆ, ਪਰ ਤਰੀਕ ਕਿਸੇ ਨੂੰ ਯਾਦ ਨਹੀਂ ਸੀ। ਹੁਣ ਤਰੀਕਾਂ ਵੀ ਯਾਦ ਆਉਣਗੀਆਂ। 26 ਤਰੀਕ ਨੂੰ ਅਪ੍ਰੈਲ ਵਾਲੇ ਦਿਨ ਮੈਂ ਲਿਖਿਆ, ਪਾ ਛੱਡਿਆ ਕੁਦਰਤ ਨੇ ਬੰਦੇ ਨੂੰ ਕਿਹੜੇ ਰਾਹ, ਪਾ ਛੱਡਿਆ ਕੁਦਰਤ ਨੇ ਬੰਦੇ ਨੂੰ ਕਿਹੜੇ ਰਾਹ, ਜੀਵਨ ਲਈ ਲੈਂਦਾ ਏ ਜਾਂ ਮਰਨ ਵਾਸਤੇ ਸਾਹ। ਵਾਹ ਜੀ ਵਾਹ। ਇਸੇ ਗਜ਼ਲ ਦਾ ਆਖਰੀ 2 ਸ਼ੇਰ ਹੈ, ਤਿੱਥਾਂ ਵਾਰ ਦਿਨ ਤਿਉਹਾਰ ਰੁੱਤਾਂ ਬਰਾਬਰ ਸੀ, ਤਿੱਥਾਂ ਵਾਰ ਦਿਨ ਤਿਉਹਾਰ ਰੁੱਤਾਂ ਬਰਾਬਰ ਸਨ, ਅੱਪੜਿਆ ਯੁੱਗ ਪੰਜਵਾਂ ਚੜ੍ਹਿਆ 13ਵਾਂ ਮਾਹ। ਇਸੇ ਗਜ਼ਲ ਦਾ ਮਕਤਾ ਹੈ ਜੀ, ਮੇਰਾ ਖਿਆਲ ਬਹੁਤ ਵਧੀਆ ਤੰਜ਼ ਹੈ। ਹੁਣ ਤੱਕ ਦੇ ਮੱਥੇ ਤਾਂ ਮੱਥਾ ਮਾਰਨ ਵਰਗੇ ਹੋ ਗਏ ਜੀ, ਹੁਣ ਤੱਕ ਦੇ ਮੱਥੇ ਤਾਂ ਮੱਥਾ ਮਾਰਨ ਵਰਗੇ ਹੋ ਗਏ, ਮਦਹੋਸ਼ ਦੱਸ ਦਿਓ ਜੇ ਬਚੀ ਕੋਈ ਦਰਗਾਹ, ਮਦਹੋਸ਼ ਦੱਸ ਦਿਓ ਜੇ ਬਚੀ ਕੋਈ ਦਰਗਾਹ। ਵਾਹ ਜੀ ਵਾਹ ਜੀ ਵਾਹ, ਬਹੁਤ ਵਧੀਆ ਸ਼ਬਦ ਨੇ। ਚਲੋ ਆਪਾਂ ਅੱਗੇ ਚੱਲੀਏ ਜੀ। ਹਾਂ ਜੀ, 30 ਅਪ੍ਰੈਲ ਤੇ ਆ ਗਏ ਜੀ। ਫਿਰ ਇੱਕ ਸਿਲਸਿਲਾ ਚੱਲਿਆ ਜੀ, ਸਾਡੇ ਤਥਾ ਕਥਿਤ ਲੀਡਰਾਂ ਜਿਨ੍ਹਾਂ ਨੇ ਮੂਹਰੇ ਇਲੈਕਸ਼ਨ ਲੜਨੇ ਨੇ ਜਾਂ ਮੇਰੇ ਵਰਗੇ ਲੜ ਚੁੱਕੇ ਜਾਂ ਲੜਨ ਦੀਆਂ ਤਿਆਰੀਆਂ ਕਰਦੀਆਂ, ਉਹਨਾਂ ਨੇ ਕਰੋਨਾ ਨੂੰ ਇੱਕ ਆਪਦਾ ਧੰਦਾ ਬਣਾ ਲਿਆ, ਸਿਸਟਮ ਬਣਾ ਲਿਆ ਵੀ ਅਸੀਂ ਲੋਕਾਂ ਦੇ ਵਿੱਚ ਕਰੋਨਾ ਦੇ ਥਰੂ ਵਿਚਰੀਏ। ਤਾਂ ਉਹਦੇ ਮੈਂ ਤੰਜ਼ ਆਪਦੇ ਢੰਗ ਨਾਲ ਕਿਵੇਂ ਕੀਤਾ, ਦੁਕਾਨਦਾਰੀਆਂ ਨਵੀਆਂ ਖੁੱਲੀਆਂ ਕਰ ਕਰ ਇਕੱਠਾ ਚੰਦਾ, ਵਾਹ ਜੀ ਵਾਹ, ਦੁਕਾਨਦਾਰੀਆਂ ਨਵੀਆਂ ਖੁੱਲੀਆਂ ਕਰ ਕਰ ਇਕੱਠਾ ਚੰਦਾ, ਰਾਸ਼ਨ ਵੰਡਣਾ ਲੰਗਰ ਲਾਉਣਾ ਨਵਾਂ ਚਲਾਇਆ ਧੰਦਾ, ਗਲੀ ਮੁਹੱਲੇ ਘੁੰਮਦੇ ਫਿਰਦੇ ਸੇਵਾਦਾਰ ਜੋ ਆਪ ਮੁਹਾਰੇ, ਵਾਹ ਜੀ ਵਾਹ, ਗਲੀ ਮੁਹੱਲੇ ਘੁੰਮਦੇ ਫਿਰਦੇ ਸੇਵਾਦਾਰ ਜੋ ਆਪ ਮੁਹਾਰੇ, ਘਰ ਇਹਨਾਂ ਦੇ ਭੰਗ ਪੁੱਜਦੀ ਹੈ ਹਾਲ ਹਮੇਸ਼ਾ ਰਹਿੰਦਾ ਮੰਦਾ, ਮੂੰਹ ਤੇ ਪੱਟੀ ਹੱਥ ਧੁਲਾਈ ਸਮਾਜਿਕ ਦੂਰੀ ਰੱਖੋ ਬਣਾਈ, ਪ੍ਰਸ਼ਾਸਨ ਦਾ ਸਾਥ ਨਿਭਾਓ ਰਲ ਮਿਲ ਲਾਓ ਸਾਰੇ ਹੰਦਾ। ਇਹ
30 ਅਪ੍ਰੈਲ ਦੀ ਉਦੋਂ ਦੀ ਗੱਲ ਆ ਜਦੋਂ ਲੋਕ ਸੈਨੀਟਾਈਜ਼ਰ, ਮਾਸਕ, ਅਜਿਹਾ ਕੁਝ ਜਿਹੜਾ ਹੈਗਾ ਘਰ ਘਰ ਜਾ ਕੇ ਜਾਂ ਲੋਕਾਂ ਨੂੰ ਇਕੱਠੇ ਕਰਕੇ ਵੰਡਦੇ ਸਨ। ਤੇ ਹੁਣ ਆਪਾਂ ਕਿੱਥੇ ਪਹੁੰਚੇ ਜੀ ਅੱਗੇ? 4 ਮਈ ਨੂੰ ਮੈਂ ਇੱਕ ਚੀਜ਼ ਦੇਖੀ ਵੀ ਜਿਹੜੇ ਲੋਕ ਸਾਡੇ ਘਰਾਂ 'ਚ ਆ ਕੇ, ਕੁਝ ਲੋਕ ਸਾਡੇ ਘਰਾਂ 'ਚ ਆ ਕੇ ਸੈਨੀਟਾਈਜ਼ਰ ਦੇ ਬਹਾਨੇ ਜਾਂ ਮਾਸਕ ਦੇ ਬਹਾਨੇ ਲੋਕਾਂ ਨੂੰ ਆਪਦੀ ਜਾਨ ਦਾ ਜਾਗਰਿਤ ਕਰਦੇ ਸੀ, ਲੇਕਿਨ ਮੈਂ ਮਹਿਸੂਸ ਕੀਤਾ ਵੀ ਇਹ ਲੋਕ ਆਪਦਾ ਪ੍ਰਚਾਰ ਕਰਨ ਦਾ ਇੱਕ ਮਾਧਿਅਮ ਲੱਭ ਰਹੇ ਨੇ, ਤਾਂ ਕਿ ਅਸੀਂ ਕਿਉਂ ਤਾਂ 5 ਸਾਲਾਂ 'ਚ ਇਹਨਾਂ ਲੀਡਰਾਂ ਨੇ ਕੁਝ ਕੀਤਾ ਨਹੀਂ ਹੈ ਔਰ ਇਹਨਾਂ ਨੇ ਆਪਦਾ ਹੀਲਾ ਬਣਾਇਆ ਵੀ ਅਸੀਂ ਲੋਕਾਂ 'ਚ ਇਸ ਤਰ੍ਹਾਂ ਵਿਚਰੀਏ। ਤਾਂ ਮੈਂ ਇੱਕ ਲਿਖਿਆ ਮਤਲਾ ਹੈ, ਹੱਥਾਂ ਨੂੰ ਬਥੇਰਾ ਧੋ ਲਿਆ ਏ ਹੁਣ ਸ਼ੁੱਧ ਕਰੋ ਵਿਚਾਰਾਂ ਨੂੰ। ਵਾਹ ਜੀ ਵਾਹ ਜੀ ਵਾਹ। ਹੱਥਾਂ ਨੂੰ ਬਥੇਰਾ ਧੋ ਲਿਆ ਏ ਹੁਣ ਸ਼ੁੱਧ ਕਰੋ ਵਿਚਾਰਾਂ ਨੂੰ, ਆਪਣਾ ਵੀ ਫਰਜ਼ ਪਛਾਣੋ ਕੁਝ, ਨਾ ਦੋਸ਼ ਦਿਓ ਸਰਕਾਰਾਂ ਨੂੰ, ਨਾ ਦੋਸ਼ ਦਿਓ ਸਰਕਾਰਾਂ ਨੂੰ। ਵਾਹ ਜੀ ਵਾਹ। ਵਿੱਚ ਗੇੜ 99 ਦੇ ਫਸ ਕੇ ਬਣ ਬੈਠੇ ਹਿੰਸਾ 96 ਦਾ। ਵਾਹ ਜੀ। ਵਿੱਚ ਗੇੜ 99 ਦੇ ਫਸ ਕੇ ਬਣ ਬੈਠੇ ਹਿੰਸਾ 96 ਦਾ, ਹੁਣ ਕੰਧਾਂ ਖਾਣ ਨੂੰ ਪੈਂਦੀਆਂ ਨੇ ਤੇ ਤਰਸ ਗਏ ਹਾਂ ਯਾਰਾਂ ਨੂੰ। ਵਾਹ ਜੀ ਵਾਹ ਜੀ ਵਾਹ। ਤੇ ਬਹੁਤ ਵਧੀਆ ਜਿਹੜਾ ਤੁਸੀਂ ਲਿਖਿਆ ਜੀ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਤਰੀਕਾਂ ਨਾਲ ਦੀ ਨਾਲ ਯਾਦ ਜ਼ਰੂਰ ਰੱਖਿਓ, ਕਿਉਂਕਿ ਤਰੀਕਾਂ ਤੋਂ ਤੁਹਾਨੂੰ ਜਿਹੜੀਆਂ ਤਾਰੀਖਾਂ ਨੇ ਉਹ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਇਹ ਸਭ ਕੁਝ ਹੋਇਆ, ਸਭ ਨੇ ਦੇਖਿਆ ਜੀ। 13 ਮਈ ਨੂੰ ਜੀ ਮੈਂ ਭਾਸ਼ਣ ਸੁਣਿਆ ਸਾਡੇ ਪ੍ਰਧਾਨ ਮੰਤਰੀ ਜੀ ਦਾ, ਤਾਂ ਉਹ ਤੋਂ ਮੈਂ ਆਪਦੇ ਢੰਗ ਨਾਲ ਜਿਵੇਂ ਪ੍ਰਭਾਵਿਤ ਹੋਇਆ ਤਾਂ ਉਹਨੂੰ ਮੈਂ ਕਿਵੇਂ ਆਪਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਗਜ਼ਲ ਦਾ। ਥੱਕਣਾ, ਹਾਰਨਾ, ਟੁੱਟਣਾ, ਬਿਖਰਨਾ ਮਨਜ਼ੂਰ ਨਹੀਂ ਹੈ। ਵਾਹ ਜੀ ਵਾਹ। ਥੱਕਣਾ, ਹਾਰਨਾ, ਟੁੱਟਣਾ, ਬਿਖਰਨਾ ਮਨਜ਼ੂਰ ਨਹੀਂ ਹੈ, ਨਿਕਲ ਗਏ ਸਾਰੇ ਪੜਾ ਅਬ ਦਿੱਲੀ ਦੂਰ ਨਹੀਂ ਹੈ। ਵਾਹ ਜੀ ਵਾਹ। ਜਦੋਂ ਉਮੀਦ ਜਾਗੀ, ਜਦੋਂ ਉਮੀਦ ਸਾਨੂੰ ਕੁਛ ਲੱਗਿਆ ਤੇ ਮੈਂ ਉਸ ਗਜ਼ਲ ਨੂੰ ਆਪਦੇ ਢੰਗ ਨਾਲ ਉਹਨਾਂ ਦੇ ਭਾਸ਼ਣ 'ਚੋਂ ਗੱਲਾਂ ਲੈ ਕੇ ਲਿਖਿਆ। ਕਹਿੰਦਾ ਕਿਹੜੇ ਪੰਬਲ ਭੂਸਿਆਂ ਵਿੱਚ ਫਸ ਗਈ ਪੂਰੀ ਦੁਨੀਆ, ਕਿਹੜੇ ਪੰਬਲ ਭੂਸਿਆਂ ਵਿੱਚ ਫਸ ਗਈ ਪੂਰੀ ਦੁਨੀਆ, ਆਪੋ ਧਾਪੀ ਹੈ ਪਿਤਾ ਜੀ ਬਾਪੂ ਕੋਈ ਹਜ਼ੂਰ ਨਹੀਂ ਹੈ। ਸਭ ਨੂੰ ਆਪਣੀ ਜਾਨ ਬਚਾਉਣ ਦੇ ਲਾਲੇ। ਬਿਲਕੁਲ ਬਿਲਕੁਲ ਬਿਲਕੁਲ। ਉਹ ਉਸ ਸਮੇਂ ਦਾ ਜਦੋਂ ਕਰੋਨਾ ਦੇ ਨਾਲ ਹੋਈ ਮੌਤ ਨੂੰ ਲੈ ਕੇ ਜਦ ਸੰਸਕਾਰ ਕਰਨ ਦੀ ਵਾਰੀ ਆਈ ਤਾਂ ਸਾਰਿਆਂ ਨੇ ਮੂੰਹ ਮੋੜ ਲਏ। ਇਹ ਉਦੋਂ ਦੇ ਸ਼ਬਦ ਲਿਖੇ ਗਏ ਨੇ ਬਖੂਬੀ ਆ। ਜਿਹੜੇ ਲੋਕਾਂ ਨੂੰ ਪਤਾ ਇਹ ਚੀਜ਼ਾਂ ਦਾ ਉਹ ਸਭ ਜਾਣਦੇ ਆ। ਮੈਂ ਵੀ ਅਰਥ ਕੱਢਿਆ ਇਸ ਚੀਜ਼ ਦਾ, ਹਾਲਾਂਕਿ ਮੈਂ ਪੁੱਛਿਆ ਨਹੀਂ ਕਿ ਜਦੋਂ ਮੌਤਾਂ ਹੋਣ ਲੱਗੀਆਂ ਕਰੋਨਾ ਨਾਲ ਤਾਂ ਉਹਨਾਂ ਦੇ ਆਪਣਿਆਂ ਨੇ ਵੀ ਛੱਡਤਾ। ਫਿਰ ਸੰਸਕਾਰ ਕਰਨ ਦੇ ਲਈ ਇੱਕ ਟੀਮਾਂ ਗਠਿਤ ਕੀਤੀਆਂ ਗਈਆਂ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ। ਜੀ ਮਧੋਜ ਜੀ। ਜਦੋਂ ਆਰਥਿਕ ਤੰਗੀ ਆਈ ਜੀ ਤਾਂ ਸਾਡੀਆਂ ਸਰਕਾਰਾਂ ਨੇ ਆਪਦੇ ਢੰਗ ਨਾਲ ਲੁਭਾਵ ਨੇ ਪ੍ਰਲੋਭਨ ਦਿੱਤੇ ਲੋਕਾਂ ਨੂੰ। ਤਾਂ ਮੈਂ ਕੋਸ਼ਿਸ਼ ਕੀਤੀ ਵੀ ਮੈਂ ਗੱਲ ਨੂੰ ਕਿਵੇਂ ਕਹਾਂ। ਅਜਿਹੇ ਹਾਲਾਤ 'ਚੋਂ ਗੁਜ਼ਰੇ ਹਾਂ ਜੇਬਾਂ ਤੱਕ ਖਾਲੀ ਨੇ। ਵਾਹ। ਅਜਿਹੇ ਹਾਲਾਤ 'ਚੋਂ ਗੁਜ਼ਰੇ ਹਾਂ ਜੇਬਾਂ ਤੱਕ ਖਾਲੀ ਨੇ, ਆਤਮ ਨਿਰਭਰ ਹੋਣ ਦੀਆਂ ਗੱਲਾਂ ਕਰਦੇ ਮਾਲੀ ਨੇ। ਤੇ ਇੱਕ ਮੈਂ ਤੰਜ਼ ਲਿਖਿਆ ਜੀ ਇਹਦੇ 'ਤੇ, ਜਦੋਂ ਸਾਡੇ ਕੇਂਦਰ ਸਰਕਾਰ ਨੇ ਇੱਕ ਐਲਾਨ ਕੀਤਾ ਤਾਂ ਮੈਨੂੰ ਆਪਦੇ ਤੰਜ਼ੀਆ ਲਹਿਜ਼ੇ ਦੇ ਵਿੱਚ ਲਿਖਿਆ, ਬੱਤੀਆਂ ਬੁਝਾ ਬੁਝਾ ਪੂਰਨਮਾਸ਼ੀ ਬਣਾ ਲਈ ਮੱਸਿਆ, ਬੱਤੀਆਂ ਬੁਝਾ ਬੁਝਾ ਪੂਰਨਮਾਸੀ ਬਣਾ ਲਈ ਮੱਸਿਆ, ਤਕਨੀਕਾਂ ਫੇਲ ਕਰ ਛੱਡੀਆਂ ਚਾਨਣ ਦੀ ਦੀਵਾਲੀ ਨੇ। ਵਾਹ ਜੀ ਵਾਹ। ਤਕਨੀਕਾਂ ਫੇਲ ਕਰ ਛੱਡੀਆਂ ਚਾਨਣ ਦੀ ਦੀਵਾਲੀ ਨੇ ਜੀ। ਵਾਹ ਜੀ ਵਾਹ। ਬਹੁਤ ਵਧੀਆ ਤੁਸੀਂ ਜਿਹੜਾ ਇਤਿਹਾਸ ਨੂੰ ਸ਼ਬਦਾਂ 'ਚ ਪਰੋਇਆ ਜੀ। ਤੇ ਅੱਗੇ ਦੀ ਜੇਕਰ ਝਾਤ ਮਾਰੀਏ ਮੈਂ ਜੀ, ਫਿਰ ਸਰਕਾਰਾਂ ਦੇ ਬਿਆਨ 'ਤੇ ਹੀ ਹੈ ਜੀ ਸਾਰੀ ਤਾਰੀਖ 17 ਮਈ ਨੂੰ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਆਇਆ ਉਹ 'ਤੇ ਲਿਖਿਆ, ਆਤਮ ਨਿਰਭਰ ਹੋਣ ਲਈ ਗੱਠ ਖੁੱਲ੍ਹ ਗਈ ਸੌਗਾਤਾਂ ਦੀ, ਸੋਚਣ ਡੈ ਪਈ ਸਾਰੀ ਜਨਤਾ ਨੀਂਦ ਉੱਡੀ ਹੈ ਰਾਤਾਂ ਦੀ। ਅੱਗੇ ਲਿਖਿਆ, ਜਾਨ ਹੈ ਜਹਾਨ ਹੈ ਉੱਤੇ ਆ ਕੇ ਸਾਰੀ ਗਾਥਾ ਮੁੱਕ ਜਾਂਦੀ, ਜਾਨ ਹੈ ਜਹਾਨ ਹੈ ਉੱਤੇ ਆ ਕੇ ਸਾਰੀ ਗਾਥਾ ਮੁੱਕ ਜਾਂਦੀ, ਕਰਦਾ ਨਹੀਂ ਹੈ ਬਾਤ ਕੋਈ ਹੁਣ ਧਰਮਾਂ ਦੀ ਨਾ ਜਾਤਾਂ ਦੀ। ਵਾਹ ਜੀ ਵਾਹ ਜੀ ਵਾਹ ਜੀ। ਕਾਫੀ ਰੌਲਾ ਪਿਆ ਸੀ ਉਸ ਸਮੇਂ ਦੇਸ਼ਾਂ ਦੇ ਵਿੱਚ। ਥੋੜ੍ਹਾ ਅੱਗੇ ਫਾਸਟ ਚੱਲਦੇ ਹਾਂ ਜੀ। ਆਪਣੇ ਦਰਸ਼ਕਾਂ ਨੂੰ ਆਪਾਂ ਜੂਨ ਮਹੀਨੇ 'ਚ ਆ ਜਾਓ ਜੀ, ਜਾਂ ਫਿਰ ਉਸ ਤੋਂ ਅੱਗੇ ਕੋਈ ਤਾਰੀਖ, ਕਿਹੜੀ ਤਾਰੀਖ ਹੈ ਜੀ ਇਹ? ਇੱਕ ਗਜ਼ਲ ਮੈਂ ਜਦੋਂ ਸੁੱਖਾ ਸਾਹਿਬ ਨੇ ਕਿਤਾਬ 'ਚੋਂ ਹੱਥ ਮਾਰਿਆ ਤਾਂ ਨਿਕਲੀ ਜੀ, ਮੈਂ ਜ਼ਰੂਰ ਸੁਣਾਊਂਗਾ। 24 ਜੂਨ ਦੀ। 24 ਜੂਨ ਦੀ। ਇਹ 24 ਜੂਨ ਦਾ ਉਹ ਮੰਦਭਾਗਾ ਦਿਨ ਸੀ ਜੀ ਜਿੱਦੇ ਸਾਡੇ ਸ਼ਹਿਰ ਮਲੇਰਕੋਟਲਾ ਨੂੰ, ਸਰੰਡੀਗੇਟ ਇਲਾਕੇ ਨੂੰ ਲਗਭਗ 15-20 ਦਿਨ ਲਈ ਸੀਲ ਕਰ ਦਿੱਤਾ ਗਿਆ। ਤਾਂ ਮੇਰਾ ਮਨ, ਮੇਰੀ ਆਤਮਾ, ਮੇਰੀ ਰੂਹ ਬਹੁਤ ਕੰਟੇਨਮੈਂਟ ਜ਼ੋਨ ਬਣਾਇਆ ਸੀ। ਕੰਟੇਨਮੈਂਟ ਜ਼ੋਨ ਬਣਾਇਆ ਤਾਂ ਮੇਰੀ ਆਤਮਾ ਨੇ ਬਹੁਤ ਦੁੱਖ ਮੰਨਿਆ।
ਮੈਂ ਉੱਥੇ ਜਾ ਕੇ ਵੀ ਆਇਆ, ਪਰਿਵਾਰਾਂ ਦੇ ਹਾਲ ਦੇਖੇ, ਤਾਂ ਮੈਂ ਰਹਿ ਨਹੀਂ ਸਕਿਆ ਕੁਛ ਲਫ਼ਜ਼ ਕਹਿਣ ਤੋਂ। ਤਾਂ ਮੈਂ ਉਦੋਂ ਕੀ ਲਿਖਿਆ 24 ਜੂਨ ਵਾਲੇ ਦਿਨ, ਅੱਗ ਰੂੰ ਦੇ ਢੇਰ ਵਿੱਚ ਹੋਰ ਕਿੰਨਾ ਕੁ ਰੱਖ ਪਾਓਗੇ, ਮਾਸਕ ਮੂੰਹ ਤੋਂ ਲਾ ਕੇ ਕਦੇ ਤਾਂ ਲੋਕਾਂ 'ਚ ਆਓਗੇ। ਲੀਡਰਾਂ ਦੇ ਕਿਹਾ ਜੀ, ਸ਼ਹਿਰ ਦੀ ਧੀ ਸ਼ਹਿਰ ਦਾ ਪੁੱਤ ਕਿੱਕਣ ਕਹਾਓਗੇ, ਅੱਜ ਸ਼ਹਿਰ ਤੇ ਪਈ ਹੈ ਬਿਪਤਾ ਜੇ ਨਹੀਂ ਬਚਾਓਗੇ। ਵਾਹ ਜੀ ਵਾਹ। ਗਲੀ ਗਲੀ 'ਚ ਖਾਕ ਛਾਣ ਦੇ ਵੋਟਾਂ ਲੈਣ ਲਈ ਹੁਣ ਕਿਸੇ ਮਜ਼ਲੂਮ ਦੀ ਖਬਰ ਨੂੰ ਵੀ ਨਾ ਜਾਓਗੇ। ਜ਼ਰੂਰਤਮੰਦਾਂ ਦੀ ਸਹਾਇਤਾ ਕਿਉਂ ਕਰਦੇ ਸੀ ਡਰਾਮਾ, ਆਫਤ ਦੀ ਘੜੀ ਵਿੱਚ ਕਿਸੇ ਦੇ ਕੰਮ ਨਾ ਆਓਗੇ। ਅੱਲਾ ਦੀ ਜ਼ਾਤ ਤੋਂ ਡਰੋ, ਤੁਸੀਂ ਕੁਝ ਤਾਂ ਸ਼ਰਮ ਕਰੋ। ਅੱਲਾ ਦੀ ਜ਼ਾਤ ਤੋਂ ਡਰੋ, ਤੁਸੀਂ ਕੁਝ ਤਾਂ ਸ਼ਰਮ ਕਰੋ। ਜਜ਼ਬਾਤਾਂ ਨੂੰ ਖਿਲਾਉਣਾ ਹੋਰ ਕਿੰਨਾ ਕੁ ਚਿਰ ਬਣਾਓਗੇ। ਸ਼ੇਰ ਅਰਜ਼ ਹੈ, ਇਲਾਕੇ ਸੀਲ ਬੇਲਾ ਬੰਦਾ ਘਰ ਘਰ 'ਚ ਭੁੱਖ ਮਰੀ। ਜੀ ਇਹ ਮੈਂ ਚੰਡੀਗੜ੍ਹ ਜਾ ਕੇ ਜੀ ਆਪ ਦੇਖਿਆ ਜੀ, ਤਾਂ ਮੇਰੇ ਮਨ ਨੇ ਮਤਲਬ ਇਹ ਲਫ਼ਜ਼ ਲਿਖੇ, ਇਲਾਕੇ ਸੀਲ ਬੇਲਾ ਬੰਦਾ ਘਰ ਘਰ 'ਚ ਭੁੱਖ ਮਰੀ। ਸਮੇਂ ਦਾ ਤਮਾਸ਼ਾ ਕਿੰਨਾ ਕੁ ਹੋਰ ਜਨਤਾ ਨੂੰ ਦਿਖਾਓਗੇ। ਦਹਿਸ਼ਤ ਜੀਣ ਨਾਲੋਂ ਮੌਤ ਹਜ਼ਾਰ ਦਰਜੇ ਚੰਗੀ। ਵਾਹ ਜੀ ਵਾਹ। ਦਹਿਸ਼ਤ 'ਚ ਜੀਣ ਨਾਲੋਂ ਮੌਤ ਹਜ਼ਾਰ ਦਰਜੇ ਚੰਗੀ। ਮਦਹੋਸ਼ ਮੰਚ ਸੋਚ ਐਸੀ ਕਦੀ ਨਾ ਲਿਆਓਗੇ। ਮਦਹੋਸ਼ ਮੰਚ ਸੋਚ ਐਸੀ ਕਦੀ ਨਾ ਲਿਆਓਗੇ। ਬਿਲਕੁਲ 24 ਜੂਨ ਨੂੰ ਜਿਹੜਾ ਹੈਗਾ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਸੀ 14-15 ਦਿਨਾਂ ਜਾਂ ਫਿਰ ਉਸ ਤੋਂ ਵੱਧ ਦਿਨਾਂ ਦੇ ਲਈ, ਜਦੋਂ ਸੰਦੀਗੜ੍ਹ ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ ਸੀ। ਪਹਿਲੀ ਵਾਰ ਹੋਇਆ ਸੀ ਜੀ ਮਲੇਰਕੋਟਲਾ ਦੇ ਵਿੱਚ ਇਹ ਆ। ਤੇ ਕੁਛ ਅੱਗੇ ਵਰਕੇ ਫਰੋਲਦੇ ਆ ਜੀ ਆਪਾਂ ਉਦੋਂ ਹੀ ਜੀ 27 ਜੂਨ ਨੂੰ ਫਿਰ ਮੇਰੇ ਮਨ ਨੇ ਲਿਖਿਆ, ਕਿੰਨਾ ਚਿਰ ਜੀਵਾਂਗੇ ਇਸ ਗਹਿਰ ਦੇ ਅੰਦਰ, ਇੱਕੋ ਚਰਚਾ ਗਲੀ ਮੁਹੱਲੇ ਸ਼ਹਿਰ ਦੇ ਅੰਦਰ। ਮਦਹੋਸ਼ ਮਾੜੇ ਵਕਤ ਨੂੰ ਪਛਤਾ ਰਹੇ ਨੇ ਲੋਕ। ਗਜ਼ਲ ਦਾ ਮਕਤਾ ਲੀਡਰਾਂ ਤੇ ਹੈ ਜੀ, ਮਦਹੋਸ਼ ਮਾੜੇ ਵਕਤ ਨੂੰ ਪਛਤਾ ਰਹੇ ਨੇ ਲੋਕ, ਗਧੇ ਬਾਂਦਰ ਵੀ ਜਿੱਤ ਗਏ ਲਹਿਰ ਦੇ ਅੰਦਰ। ਬੜੇ ਗਹਿਰੇ ਜਜ਼ਬਾਤ ਤੇ ਬੜੇ ਸ਼ਬਦ ਅਜਿਹੇ ਜੀ। ਉਦੋਂ ਹੀ ਜਦੋਂ ਮਤਲਬ ਕਦੇ ਭੂਚਾਲ ਆ ਗਿਆ, ਕਦੇ ਤੂਫਾਨ ਆ ਗਿਆ, ਕਦੇ ਮੀਂਹ ਆ ਗਿਆ, ਝੱਖੜ ਆ ਗਿਆ, ਤੇ ਕਦੇ ਸਰਕਾਰ ਨੇ ਲੋਕਡਾਊਨ ਕਰਤਾ, ਬੰਦ ਕਰਤਾ, ਬਾਹਰ ਨਾ ਨਿਕਲੋ। ਮਤਲਬ ਰਲ ਮਿਲ ਕੇ ਸਾਰਾ ਕੁਛ ਹੀ ਆਮ ਆਦਮੀ ਦੇ ਵਿਰੁੱਧ ਜਾਂਦਾ ਰਿਹਾ। ਤਾਂ ਮੈਂ ਮਕਤਾ ਲਿਖਿਆ ਉਸ ਵੇਲੇ ਆਪਣੀ ਗਜ਼ਲ ਦਾ 26 ਜੂਨ ਨੂੰ, ਕਦੇ ਸਰਕਾਰਾਂ ਦੇ ਝਟਕੇ ਕਦੇ ਕਰਤਾਰਾਂ ਦੇ ਝਟਕੇ, ਕਦੇ ਸਰਕਾਰਾਂ ਦੇ ਝਟਕੇ ਕਦੇ ਕਰਤਾਰਾਂ ਦੇ ਝਟਕੇ, ਆਖਰ ਇੱਕ ਦਿਨ ਟੁੱਟ ਜਾਣਗੇ ਮਿੱਟੀ ਦੇ ਮਟਕੇ। ਤੋ ਇਸ ਤਰ੍ਹਾਂ ਨਾਲ ਜੀ ਮੈਂ ਬਿਲਕੁਲ 27-26 ਜੂਨ ਨੂੰ ਜੋ ਲਿਖਿਆ, ਥੋੜ੍ਹਾ ਹੋਰ ਕਰੀਬ ਜਾਵਾਂਗੇ ਤੇ ਦੇਖਾਂਗੇ ਕਿ ਹੋਰ ਕੀ ਕੁਝ ਪਰੋਇਆ ਮਦਨ ਮਦਹੋਸ਼ ਜੀ ਨੇ ਜੀ। ਜੁਲਾਈ 'ਚ ਆ ਗਏ ਜੀ ਅਸੀਂ, ਤੇ 3 ਜੁਲਾਈ 'ਚ ਆ ਗਏ ਜੀ। 3 ਜੁਲਾਈ ਨੂੰ ਮੈਂ ਮਤਲਬ ਪੂਰਾ ਲੋਕਾਂ ਦਾ ਹਾਲ, ਲੋਕਾਂ ਦੀ ਵਿਵਸਥਾ, ਅਰਥ ਵਿਵਸਥਾ, ਖਾਣ ਪੀਣ ਦੀ ਵਿਵਸਥਾ, ਪਰਿਵਾਰਿਕ ਵਿਵਸਥਾ ਨੂੰ ਦੇਖਦੇ ਹੋਏ ਜੋ ਮੇਰੀ ਆਤਮਾ ਨੇ ਲਿਖਿਆ, ਦੁਨੀਆ ਵਿੱਚ ਇਤਿਹਾਸ ਬਣ ਗਿਆ ਇਹ ਕਰੋਨਾ ਕਾਲ ਜੀ। ਦੁਨੀਆ ਵਿੱਚ ਇਤਿਹਾਸ ਬਣ ਗਿਆ ਇਹ ਕਰੋਨਾ ਕਾਲ, ਮਾਤਮ ਵਾਂਗ ਮਨਾਇਆ ਜਾਊ 2020 ਦਾ ਸਾਲ। ਬਿਲਕੁਲ ਮਾਤਮ ਵਾਂਗ ਮਨਾਇਆ ਜਾਊ 2020 ਦਾ ਸਾਲ। ਤਾਂ ਮੈਂ ਬਿਲਕੁਲ ਜੀ, ਹਰ ਵਿਅਕਤੀ ਯਾਦ ਰੱਖੇਗਾ ਜੀ 2020 ਨੂੰ। ਤੇ ਹੋਰ ਮਦਹੋਸ਼ ਸਾਹਿਬ ਆਪਾਂ ਅੱਗੇ ਚੱਲੀਏ ਤਾਂ ਜੋ ਆਪਣੇ ਦਰਸ਼ਕਾਂ ਨੂੰ, ਕਿਉਂਕਿ ਬਹੁਤ ਵੱਡੀ ਕਿਤਾਬ ਆ, 4 ਮਹੀਨੇ, ਪੂਰੇ 4 ਮਹੀਨੇ ਦਾ ਪੂਰਾ ਹਿਸਾਬ ਕਿਤਾਬ ਜਿਹੜਾ ਉਹ ਇਸ ਕਿਤਾਬ ਦੇ ਵਿੱਚ ਤੁਹਾਨੂੰ ਮਿਲੇਗਾ ਜੀ। ਜਦੋਂ 6 ਜੁਲਾਈ ਨੂੰ ਮੈਂ ਲਿਖਿਆ ਜੀ, ਜਦੋਂ ਚੀਨ ਨਾਲ ਸਾਡਾ ਲੜਾਈ ਦੇ ਸੰਭਾਵਨਾ ਬਣ ਗਈ, ਤਾਂ ਉਸ ਵੇਲੇ ਮੈਂ ਪੂਰੀ ਗਜ਼ਲ ਨੂੰ ਉਹਦੇ ਢੰਗ ਨਾਲ ਪਰੋਇਆ। ਚ ਇੱਕ ਦੋ ਸ਼ੇਰ ਤੁਹਾਨੂੰ ਸੁਣਾਉਣਾ ਅਲੱਗ-ਅਲੱਗ ਢੰਗ ਨਾਲ। ਦੇ ਕੇ ਜਾਨ ਨਿਭਾਵਾਂਗੇ ਸਰਹੱਦਾਂ ਉੱਤੇ ਥਾਵਾਂ ਨਾਲ। ਬਿਲਕੁਲ ਫੌਜੀ ਭਰਾਵਾਂ ਲਈ, ਫੌਜੀ ਭਰਾਵਾਂ ਲਈ ਦੇ ਕੇ ਜਾਨ ਨਿਭਾਵਾਂਗੇ ਸਰਹੱਦਾਂ ਉੱਤੇ ਥਾਵਾਂ ਨਾਲ, ਕਿਸੇ ਨੂੰ ਕਰਨ ਨਹੀਂ ਦੇਣੀ ਹੁਣ ਗੱਦਾਰੀ ਮਾਵਾਂ ਨਾਲ। ਵਾਹ ਜੀ ਵਾਹ। ਹੋਂਦ ਹੁੰਦੀ ਹੈ ਆਪਣੀ ਆਪਣੇ ਆਪਣੇ ਨਾਵਾਂ ਨਾਲ, ਸਾਡਾ ਨਾਂ ਤਾਂ ਜੁੜ ਗਿਆ ਗੋਪਾਲੇ ਦੀਆਂ ਗਾਵਾਂ ਨਾਲ। ਫੌਜੀਆਂ ਦੇ ਨਾਲ ਮਨਾਉਂਦੇ ਆਏ ਹਾਂ ਹੁਣ ਤੀਕ, ਈਦ ਕ੍ਰਿਸਮਸ ਗੁਰਪੁਰਬ ਦੀਵਾਲੀ ਚਾਵਾਂ ਨਾਲ। ਲਦਾਖ 'ਚ ਜਾ ਦਿਹਾੜਿਆ ਕੁਝ ਇਸ ਤਰ੍ਹਾਂ ਸੀ ਸ਼ੇਰ, ਕਾਲ ਬਣ ਕੇ ਚੀਨ ਦੇ ਚੱਲ ਰਿਹਾ ਪਰਛਾਵਾਂ ਨਾਲ। ਹਿੰਦੀ ਚੀਨੀ ਭਾਈ ਭਾਈ ਇਹੋ ਬਾਤ ਫੇਰ ਨਿਭਾਈ, ਟੱਬਰ ਅੱਗੇ ਅੜ ਗਿਆ ਹੱਥ 'ਚ ਲੈ ਕੇ ਅੜਾਵਾਂ ਨਾਲ। ਦੁਨੀਆ 'ਚ ਕੋਈ ਨਹੀਂ ਹੈ ਸਾਨੀ ਰਾਮ ਦੀ ਨਗਰੀ ਦਾ। ਬਹੁਤ ਤਗੜਾ ਤੰਜ਼ ਅੱਜ ਦੇ ਹਾਲਾਤ ਤੇ ਉਸ ਵੇਲੇ ਦੇ ਇਤਿਹਾਸ ਨਾਲ ਲਿਖਿਆ ਜੀ।
ਦੁਨੀਆ 'ਚ ਕੋਈ ਨਹੀਂ ਹਸਾਨੀ, ਰਾਮ ਦੀ ਨਗਰੀ ਦਾ ਭਰਤ ਰਾਜ ਕਰ ਗਿਆ। 14 ਸਾਲ ਖੜਾਵਾਂ ਨਾਲ, ਮਦਹੋਸ਼ ਬੋਲਣਾ ਇੰਨਾ ਸੱਚ, ਕੱਲਮ ਕੱਲਾ ਹੋ ਜਾਏਗਾ। ਮਦਹੋਸ਼ ਬੋਲਣਾ ਇੰਨਾ ਸੱਚ, ਕੱਲਮ ਕੱਲਾ ਹੋ ਜਾਏਗਾ। ਹਾਂ ਵਿੱਚ ਹਾਂ ਮਿਲਾਇਆ ਕਰ ਚਾਰ ਭਰਾਵਾਂ ਨਾਲ। ਵਾਹ ਜੀ ਹਾਂ ਵਾਹ ਵਿੱਚ ਜੀ, ਹਾਂ ਬਹੁਤ ਮਿਲਾਇਆ ਕਰ। ਬਹੁਤ 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 ਥੋੜਾ ਚਾਰ ਹੋਰ ਭਰਾਵਾਂ ਹੋਰ ਨਾਲ। ਕਰੀਬ ਚੱਲਦੇ ਹਾਂ ਜੀ ਆਪਾਂ। ਤੇ ਜੀ 14 ਜੁਲਾਈ 'ਚ ਆ ਗਏ ਜੀ ਆਪਾਂ। 14 ਜੁਲਾਈ ਨੂੰ ਜੀ ਜਦੋਂ ਸੰਕਰਮਣ ਬਹੁਤ ਜ਼ਿਆਦਾ ਵੱਧ ਗਿਆ, ਬਿਲਕੁਲ ਜੀ। ਤਾਂ ਉਸ ਵੇਲੇ ਮੈਂ ਲਿਖਿਆ ਪਹਿਲਾਂ 1, ਫਿਰ 2, ਫਿਰ 2 ਤੋਂ 4। ਪਹਿਲਾਂ 1, ਫਿਰ 2, ਫਿਰ 2 ਤੋਂ 4, ਹੌਲੀ ਹੌਲੀ ਸੈਂਕੜਾ, ਬਦਲਿਆ ਵਿੱਚ 1000। 12 ਕੋਹ ਤੇ ਜਗਿਆ ਕਰੇਗਾ ਦੀਪ। ਬਹੁਤ ਜੀ। 12 ਕੋਹ ਤੇ ਜਗਿਆ ਕਰੇਗਾ ਦੀਪ। ਵੱਧਦੀ ਰਹੀ ਇਸੇ ਤਰ੍ਹਾਂ ਕਰੋਨਾ ਦੀ ਰਫ਼ਤਾਰ। ਵਾਹ ਜੀ ਵਾਹ। 14 ਜੁਲਾਈ ਨੂੰ ਜੋ ਲਿਖਿਆ ਉਹ ਕਾਫੀ ਜ਼ਿਆਦਾ ਡਰਾਉਣਾ ਸੀ, ਕਿਉਂਕਿ ਉਦੋਂ ਸਰਕਾਰਾਂ ਵੀ ਕਹਿ ਰਹੀਆਂ ਸੀ ਕਿ ਸਥਿਤੀ ਹੋਰ ਜਿਹੜੀ ਜ਼ਿਆਦਾ ਖਰਾਬ ਹੋਏਗੀ, ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ 'ਚ ਡਰ ਪੈਦਾ ਹੋ ਗਿਆ ਸੀ ਜੀ। ਤੇ ਆਪਾਂ ਅੱਗੇ ਚੱਲੀਏ ਜੀ ਥੋੜ੍ਹਾ ਹੋਰ, ਕਿਉਂਕਿ ਹਾਂ ਬਿਲਕੁਲ 17 ਜੁਲਾਈ 'ਤੇ ਆ ਗਏ ਜੀ ਆਪਾਂ। 17 ਜੁਲਾਈ ਨੂੰ ਮੈਂ ਲਿਖਿਆ ਜੀ, ਬੜੀ ਮਜ਼ਾਹੀਆ ਤੰਜ਼ੀਆ ਢੰਗ ਨਾਲ ਤੰਜ਼ ਕੀਤੇ ਹੈ। ਹੱਸਦੇ ਵਸਦੇ ਪੰਜਾਬ ਨੂੰ ਦੱਸ ਇਹ ਕੀ ਹੋਇਆ। ਹੱਸਦੇ ਵਸਦੇ ਪੰਜਾਬ ਨੂੰ ਦੱਸ ਇਹ ਕੀ ਹੋਇਆ। ਸਾਵਣ ਉਹਨਾਂ ਨਹੀਂ ਵਰਸਿਆ ਜਿੰਨਾ ਮਨ ਰੋਇਆ। ਵਾਹ। ਮਿਹਰਬਾਨੀ। ਸ਼ੇਰ ਸੁਣੋ। ਬੱਸਾਂ ਭਰ ਜਾਂਦੀਆਂ ਸੀ ਡੇਰਿਆਂ ਨੂੰ ਰੋਜ਼। ਜੀ। ਬੱਸਾਂ ਭਰ ਜਾਂਦੀਆਂ ਸੀ ਡੇਰਿਆਂ ਨੂੰ ਰੋਜ਼, ਪਰ ਦਰਗਾਹ ਦੇ ਬਾਬਿਆਂ 'ਚ ਬੂਹਾ ਢੋਇਆ। ਸਾਰੀ ਉਮਰ ਘੁੰਮਦਾ ਰਿਹਾ ਚਮਚਿਆਂ ਦੇ ਨਾਲ, ਲਾਇਆ ਨਹੀਂ ਹਿਸਾਬ ਕਿ ਕੀ ਪਾਇਆ ਕੀ ਖੋਇਆ। ਕੁਦਰਤ ਲੈ ਕੇ ਆ ਗਈ ਬੰਦੇ ਨੂੰ ਕਿਹੜੀ ਥਾਂ। ਕੁਦਰਤ ਲੈ ਕੇ ਆ ਗਈ ਬੰਦੇ ਨੂੰ ਕਿਹੜੀ ਥਾਂ। ਅੱਜ ਨਹੀਂ ਤਾਂ ਕੱਲ੍ਹ ਉਹ ਮੋਇਆ ਹੀ ਮੋਇਆ। ਬਚਦਾ ਰਿਹਾ ਲਾਗ ਦੀ ਬਿਮਾਰੀ ਤੋਂ ਆਦਮੀ। ਜਿਹੜੀ ਸਾਡੀ ਇਹ ਮੌਜੂਦਾ ਕੋਵਿਡ-19 ਹੈ, ਲਾਗ ਦੀ ਬਿਮਾਰੀ ਹੈ ਪੰਜਾਬੀ ਦੇ ਮਾਣੇ 'ਚ। ਬਚਦਾ ਰਿਹਾ ਲਾਗ ਦੀ ਬਿਮਾਰੀ ਤੋਂ ਆਦਮੀ। ਹੱਥ ਬਥੇਰੇ ਧੋਏ ਪਰ ਕਦੀ ਮਨ ਨਹੀਂ ਧੋਇਆ। ਹੱਥ ਬਥੇਰੇ ਧੋਏ ਪਰ ਕਦੀ ਮਨ ਨਹੀਂ ਧੋਇਆ। ਸਰਕਾਰਾਂ ਤੇ ਆਪਦਾ ਖਿਆਲ ਮਕਤੇ 'ਚ ਦਿੱਤਾ। ਇੰਤਜ਼ਾਮ ਬੜੇ ਮਜ਼ਬੂਤ ਨੇ ਸਾਡੀ ਸਰਕਾਰ ਦੇ। ਵਾਹ ਜੀ ਵਾਹ। ਇੰਤਜ਼ਾਮ ਬੜੇ ਮਜ਼ਬੂਤ ਨੇ ਸਾਡੀ ਸਰਕਾਰ ਦੇ। ਕਿਵੇਂ ਬਚੂ ਮਦਹੋਸ਼ ਅੱਗੇ ਖਾਈ ਪਿੱਛੇ ਟੋਇਆ। ਕਿਵੇਂ ਬਚੂ ਮਦਹੋਸ਼ ਅੱਗੇ ਖਾਈ ਪਿੱਛੇ ਟੋਇਆ। ਬਿਲਕੁਲ ਬਿਲਕੁਲ, ਬਹੁਤ ਜਿਹੜੇ ਡੂੰਘੇ ਅਲਫਾਜ਼ ਜੀ। ਇਹਨਾਂ ਹੀ ਹਾਲਾਤਾਂ ਨੂੰ ਫਿਰ ਬਿਆਨ ਕੀਤਾ ਜੀ 18 ਜੁਲਾਈ ਨੂੰ। ਨਾ ਕਾਂ ਬਨੇਰੇ ਬੋਲਦਾ ਨਾ ਬਾਗਾਂ ਦੇ ਵਿੱਚ ਮੋਰ। ਵਾਹ। ਨਾ ਕਾਂ ਬਨੇਰੇ ਬੋਲਦਾ ਨਾ ਬਾਗਾਂ ਦੇ ਵਿੱਚ ਮੋਰ। ਕੁੱਤੀ ਵੀ ਹੁਣ ਨਹੀਂ ਭੌਂਕਦੀ ਸਾਧਾਂ ਵਰਗੇ ਚੋਰ। ਵਾਹ ਵਾਹ ਜੀ। ਬਸ ਸਮੇਂ ਨੂੰ ਜੀ ਇਸ ਢੰਗ ਨਾਲ। ਬਿਲਕੁਲ ਬਿਲਕੁਲ, ਕਿਉਂਕਿ ਸਮੇਂ ਨੇ ਹਰ ਇੱਕ ਵਿਅਕਤੀ ਨੂੰ ਹਿਲਾ ਕੇ ਰੱਖ ਦਿੱਤਾ। ਜੋ ਸੋਚਿਆ ਨਹੀਂ ਸੀ ਉਹ ਵੀ ਬਾਕਮਾਲ ਕਰ ਦਿੱਤਾ। ਔਰ ਅਸੀਂ ਸੋਚਦੇ ਰਹਿੰਦੇ ਸੀ ਕਿ ਯਾਰ ਇਸ ਤਰ੍ਹਾਂ ਵੀ ਹੋਏਗਾ, ਪਰ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਬਦਲੇ ਨੇ ਜੀ। ਹਰ ਇੱਕ ਵਿਅਕਤੀ ਨੇ ਬਹੁਤ ਕੁਝ ਵੇਖਿਆ ਜੋ ਸ਼ਾਇਦ ਬਹੁਤ ਜ਼ਿਆਦਾ। ਆਪਾਂ ਆਖਰੀ ਦਿਨਾਂ 'ਚ ਚੱਲੀਏ ਨਾ ਥੋੜ੍ਹਾ ਜਿਹਾ ਜਿਹੜਾ ਦਿਖੇ ਜੀ। ਹਾਂਜੀ 2-3 ਗਜ਼ਲਾਂ ਤੋਂ ਮੈਂ ਤੁਹਾਨੂੰ ਦੱਸਦਾ। ਜੀ ਜੀ। ਕੁੱਤੇ ਖਾਣੀ ਬਹੁਤ ਕਰਾਈ ਫਿਰ ਵੀ ਆਈ ਨਾ ਹੋਸ਼। ਕਛੂਆ ਰੇਸ ਜਿੱਤ ਗਿਆ ਤੇ ਕਛੂਆ ਰੇਸ ਹਾਰ ਗਿਆ ਤੇ ਜਿੱਤ ਗਿਆ ਖਰਗੋਸ਼। ਪ੍ਰਕਿਰਤੀ ਦੀ ਮਾਰ ਤੋਂ ਬਚਣਾ ਹੈ ਸਰਕਾਰਾਂ ਦੇ ਭਾਰ ਤੋਂ। ਕਾਇਮ ਰੱਖੋ ਦੋਸਤੋ ਹੌਸਲਾ ਹਿੰਮਤ ਜਜ਼ਬਾ ਜੋਸ਼। ਇਹ ਲਾਈਨਾਂ ਨੇ ਜੀ। ਬਹੁਤ ਹਾਂਜੀ। ਇੱਕ ਆ ਗਜ਼ਲ ਦਾ ਹੈ ਜਿਹੜੇ ਸੰਸਕਾਰ ਸਾਡੇ ਖਰਾਬ ਹੋ ਗਏ। ਪਹਿਲਾ ਤੇ ਆਖਰੀ ਸ਼ੇਰ ਗਜ਼ਲ ਦਾ। ਆਹਟ ਵਿਸ਼ਵ ਯੁੱਧ ਦੀ ਸੁਣਾਈ ਦੇ ਰਹੀ ਹੈ। ਚੌਂ ਪਾਸੇ ਮੌਤ ਹੀ ਮੌਤ ਦਿਖਾਈ ਦੇ ਰਹੀ ਹੈ। ਇਹਦਾ ਮਕਤਾ ਹੈ ਟੈਸਟ ਟਿਊਬਾਂ 'ਚ ਜੰਮਦੇ ਨੇ ਬੱਚੇ ਮਦਹੋਸ਼। ਟੈਸਟ ਟਿਊਬਾਂ 'ਚ ਜੰਮਦੇ ਨੇ ਬੱਚੇ ਮਦਹੋਸ਼। ਸੰਸਕ੍ਰਿਤੀ ਖਤਰੇ 'ਚ ਦਿਖਾਈ ਦੇ ਰਹੀ ਹੈ। ਬਿਲਕੁਲ ਜੀ ਬਿਲਕੁਲ। ਤੇ ਉਹ ਆਖਰੀ ਉਹ ਮੈਂ ਪੜ੍ਹਨਾ ਚਾਹਣਾ ਜਿਹੜੇ ਜਿੱਥੇ ਕਿਤਾਬ ਖਤਮ ਹੁੰਦੀ ਆ, ਤਾਰੀਖ ਵੀ ਜਾਣਾਂਗੇ। ਇਹ ਜੀ 27 ਜੁਲਾਈ ਆ, 27 ਜੁਲਾਈ 2020 ਆ, ਜੋ ਇਹਨਾਂ ਨੇ ਇਸ 112 ਪੰਨਿਆਂ ਦੀ ਕਿਤਾਬ ਦੇ ਵਿੱਚ 27 ਜੁਲਾਈ ਨੂੰ ਆਖਰ ਦੇ ਵਿੱਚ ਕੀ ਪਰੋਇਆ ਉਹ ਵੀ ਜਰਾ ਸੁਣ ਲੈਂਦੇ ਹਾਂ। ਮੈਂ ਇੱਕ ਆਸ ਬੱਝੀ ਜੀ ਜਦੋਂ ਕਿਤਾਬ ਦਾ ਐਂਡ ਕੀਤਾ ਤਾਂ ਆਪਦੇ ਆਪ ਨੂੰ ਸੰਭਾਲ ਕੇ ਇੱਕ ਆਸ ਰੱਖੀ ਵੀ ਆਉਣ ਵਾਲਾ ਸਮਾਂ ਪ੍ਰਮਾਤਮਾ ਕਰੇ ਵਧੀਆ ਢੰਗ ਨਾਲ ਆਵੇ ਤੇ ਅਸੀਂ ਇਹਨੂੰ ਮਾਨੀਏ। ਲੰਘ ਚੱਲੀ ਪਤਝੜ ਬਹਾਰਾਂ ਮੁੜ ਕੇ ਆਉਣਗੀਆਂ। ਵਾਹ ਜੀ ਵਾਹ। ਲੰਘ ਚੱਲੀ ਪਤਝੜ ਬਹਾਰਾਂ ਮੁੜ ਕੇ ਆਉਣਗੀਆਂ।
ਮੋਰ ਪਾਉਣਗੇ ਪਹਿਲਾਂ ਕੋਇਲਾਂ ਗੀਤ ਸੁਣਾਉਣਗੀਆਂ। ਚਾਚੇ ਤਾਏ ਮਾਮੇ ਫੁੱਫੜ ਮਾਸੜ ਵੀ ਹੁਣ ਆਉਣਗੇ। ਦਰਵਾਜ਼ੇ ਅੰਦਰ ਬੈਠਕਾਂ ਪੰਚਾਇਤਾਂ ਲਾਉਣਗੀਆਂ। ਸ਼ਾਮ ਲਾਟ 'ਚ ਪੈਣਗੇ ਭੰਗੜੇ, ਵਿਹੜਿਆਂ ਵਿੱਚ ਗਿੱਧੇ, ਕੁੜੀਆਂ ਚਿੜੀਆਂ ਪਿੱਪਲਾਂ ਤੇ ਪੀਂਘਾਂ ਪਾਉਣਗੀਆਂ। ਆਮ ਨਾਲੋਂ ਵੀ ਬਿਹਤਰ ਜੀਵਨ ਮੁੜ ਕੇ ਆਵੇਗਾ। ਅਰਜ਼ ਕੀਤਾ ਜਮੀਲ ਸਾਹਿਬ, ਆਮ ਨਾਲੋਂ ਵੀ ਬਿਹਤਰ ਜੀਵਨ ਮੁੜ ਕੇ ਆਵੇਗਾ। ਚਿਹਰੇ ਉੱਤੇ ਕਿਰਨਾਂ ਆਪਣਾ ਪੰਨ ਦਿਖਾਉਣਗੀਆਂ। ਕਲੱਬਾਂ ਪੱਬਾਂ ਵਿੱਚ ਦੁਬਾਰਾ ਰੌਣਕ ਲੱਗ ਜਾਣੀ। ਜੁੰਡਲੀਆਂ ਜਦ ਮਹਿਫਲਾਂ ਫਿਰ ਤੋਂ ਸਜਾਉਣਗੀਆਂ। ਮਦਹੋਸ਼ ਤੇਰਾ ਵੀ ਹੌਲੀ ਹੌਲੀ ਸਭ ਕੁਝ ਬਣ ਜਾਣਾ। ਮੂਰਖਾਂ ਦੇ ਟੱਬਰ ਨੂੰ ਅਕਲਾਂ ਕਦੇ ਤਾਂ ਆਉਣਗੀਆਂ। ਮੂਰਖਾਂ ਦੇ ਟੱਬਰ ਨੂੰ ਅਕਲਾਂ ਕਦੇ ਤਾਂ ਆਉਣਗੀਆਂ। ਜੀ ਚਲੋ, ਇੱਕ ਹੋਰ ਕੁਝ 21 ਜੁਲਾਈ ਦਾ ਰਹਿ ਗਿਆ ਸੀ। ਮੈਂ ਹਾਂ ਬਸ ਮੇਰੀ ਇਹ ਗਜ਼ਲ ਜਿਹੜੀ ਹੈ, ਮੈਂ ਜਦੋਂ ਕਿਤਾਬ ਲਿਖਣ ਤੋਂ ਬਾਅਦ ਮੈਨੂੰ ਹੌਸਲਾ ਹੋਇਆ ਤਾਂ ਇਹ ਗਜ਼ਲ ਮੈਂ ਲਿਖ ਕੇ ਲਗਭਗ ਐਂ ਸੋਚਿਆ ਵੀ ਮੈਂ ਆਪਦੇ ਆਪ ਨੂੰ ਬੜਾ ਭੀਮਸੈਨ ਮਹਿਸੂਸ ਕੀਤਾ। ਜੀ ਮੈਂ ਲਿਖਿਆ, ਸੋਚਦਾ ਮੈਂ ਵੀ ਕੁਝ ਐਸਾ ਕਰ ਜਾਂ, ਸੋਚਦਾ ਮੈਂ ਵੀ ਕੁਝ ਐਸਾ ਕਰ ਜਾਂ, ਤੇਰੇ ਮੂੰਹੋਂ ਨਿਕਲੇ ਬੂ ਮੈਂ ਮਰ ਜਾਂ। ਪ੍ਰੇਮ ਦੀ ਖੁਸ਼ਬੂ ਬਣ ਕੇ ਵਿਖਰ ਜਾਂ, ਜਾਂ ਵਾਂਗ ਖੰਜਰ ਦੇ ਸੀਨੇ 'ਚ ਉਤਰ ਜਾਂ। ਜੁਗ ਜੁਗ ਰਹਿਣ ਜਿਸ ਦੇ ਚਰਚੇ, ਸਮੇਂ ਦੀ ਹਿੱਕ ਤੇ ਇਉਂ ਪੈਰ ਧਰ ਜਾਂ। ਮੈਂ ਡਰਦਾ ਨਹੀਂ ਹਾਂ ਕਿਸੇ ਨਾਢੂ ਖਾਂ ਤੋਂ। ਅਰਜ਼ ਕੀਤਾ ਜੀ, ਮੈਂ ਡਰਦਾ ਨਹੀਂ ਹਾਂ ਕਿਸੇ ਨਾਢੂ ਖਾਂ ਤੋਂ। ਡਰ ਜਾਂ ਤਾਂ ਆਪਣੇ ਆਪ ਤੋਂ ਡਰ ਜਾਂ। ਸੋਚਾਂ ਨਾਲ ਭਰਿਆ ਸਮੁੰਦਰ ਹਾਂ ਮੈਂ, ਸੋਚਾਂ ਨਾਲ ਭਰਿਆ ਸਮੁੰਦਰ ਹਾਂ ਮੈਂ। ਟੋਭਾ ਨਹੀਂ ਜੋ ਮੀਂਹ ਨਾਲ ਭਰ ਜਾਂ। ਇਸ਼ਕੇ ਦੀ ਪ੍ਰੀਖਿਆ ਨਾ ਲੈ ਯਾਰ ਤੂੰ, ਬੁਲਾ ਤਾਂ ਸਹੀ ਕੰਢਿਆਂ ਤੇ ਤਰ ਜਾਂ। ਅਗਰ ਤੂੰ ਮੇਰੇ ਲਈ ਇੱਕ ਵਾਰ ਸੋਚੇ, ਜਿੱਤੀ ਹੋਈ ਬਾਜੀ ਇੱਕਦਮ ਹਾਰ ਜਾਂ। ਕੋਈ ਗੁਣ ਐਸਾ ਮੇਰੇ 'ਚ ਨਹੀਂ ਹੈ, ਅਰਜ਼ ਹੈ, ਕੋਈ ਗੁਣ ਐਸਾ ਮੇਰੇ 'ਚ ਨਹੀਂ ਹੈ ਕਿ ਕੋਈ ਤਾਂ ਕਹੇ ਮੈਂ ਤੇਰੇ ਤੇ ਮਰ ਜਾਂ। ਮਕਤਾ ਅਰਜ਼ ਹੈ ਜੀ, ਜਨਮਾਂ ਤੀਕ ਨੀ ਭਰਨੀਆਂ ਮਦਹੋਸ਼, ਧਰਮਾਂ ਦੇ ਨਾਂ 'ਤੇ ਜੋ ਪੈ ਗਈਆਂ ਦਰਜਾਂ, ਧਰਮਾਂ ਦੇ ਨਾਂ 'ਤੇ ਜੋ ਪੈ ਗਈਆਂ ਦਰਜਾਂ। ਬਿਲਕੁਲ ਜੀ, ਜੋ ਆਖਰੀ ਸਤਰਾਂ ਇਹਨਾਂ ਨੇ ਪੜ੍ਹੀਆਂ ਸਨ, ਜਿਸ 'ਚ ਲਿਖਿਆ ਸੀ, ਲੰਘ ਚੱਲੀ ਪਤਝੜ ਬਹਾਰਾਂ ਮੁੜ ਕੇ ਆਉਣਗੀਆਂ, ਮੋਰ ਪਾਉਣਗੇ ਪਹਿਲਾਂ ਕੋਇਲ ਗੀਤ ਸੁਣਾਉਣਗੀਆਂ। ਜੀ ਹਾਂ, ਜਿਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਆਖਰੀ ਜਿਹੜੇ ਸ਼ਬਦ ਪਿਰੋ ਗਏ ਨੇ ਇਸ ਕਿਤਾਬ ਦੇ ਵਿੱਚ, ਉਹਨਾਂ 'ਚ ਸਾਫ਼ ਤੌਰ 'ਤੇ ਲਿਖਿਆ ਗਿਆ ਕਿ ਸਮਾਂ ਫਿਰ ਉਹੀ ਆਏਗਾ, ਉਸੇ ਤਰ੍ਹਾਂ ਹੀ ਸਭ ਕੁਝ ਹੋਏਗਾ। ਮਹਿਫਲਾਂ ਸਜਣਗੀਆਂ, ਰੌਣਕਾਂ ਲੱਗਣਗੀਆਂ, ਗਿੱਧੇ ਭੰਗੜੇ ਪੈਣਗੇ। ਬਹੁਤ ਵਧੀਆ ਬਾ ਤਾਰੀਖ ਬਾ ਸਮਾਂ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਆਪਣੇ 4 ਮਹੀਨੇ ਜਿਹੜੇ ਨੇ ਬਿਤਾਏ ਨੇ। ਹੁਣ ਬੇਟਾ ਨਾਲ ਨੇ ਮਦਨ ਮੋਹਨ ਜੀ ਦੇ ਗੱਲਬਾਤ ਕਰ ਲੈਂਦੇ ਆ। ਕਿਸ ਤਰ੍ਹਾਂ ਆਈਡੀਆ ਆਇਆ ਤੇ ਕਿਸ ਤਰ੍ਹਾਂ ਕਿਹੜਾ ਸਮਾਂ ਦਿੰਦੇ ਸੀ ਆਪਣੇ ਆਪ ਨੂੰ ਤੁਹਾਡੇ ਪਾਪਾ ਜੀ? ਪਾਪਾ ਸਾਰਾ ਦਿਨ ਹੀ ਇਹਨਾਂ ਦਾ ਲਿਖਣ ਦੇ ਵਿੱਚ ਹੀ ਲੰਘਦਾ ਸੀਗਾ ਅਤੇ ਬਹੁਤ ਜ਼ਿਆਦਾ ਸਾਡੇ ਲਈ ਤਾਂ ਅਜੀਬ ਜਿਹਾ ਟਾਈਮ ਸੀਗਾ ਅਤੇ ਬੜਾ ਸਾਨੂੰ ਐਂ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਪਾਪਾ ਸਾਰਾ ਦਿਨ ਕੀ ਸੋਚਦੇ ਰਹਿੰਦੇ ਨੇ, ਕੀ ਕਰਦੇ ਰਹਿੰਦੇ ਆ। ਈਵਨ ਮੈਨੂੰ ਪਾਪਾ ਈਵਨ ਪੰਖਾ ਵੀ ਚਲਾਇਆ ਨਹੀਂ। ਇੱਕ ਦਿਨ ਮੈਂ ਆਇਆ, ਪੰਖਾ ਨਹੀਂ ਚੱਲਿਆ ਹੋਇਆ ਅਤੇ ਪਸੀਨੇ ਨਾਲ ਭਰੇ ਹੋਏ, ਬਨੈਨ ਵੀ ਪਾਪਾ ਨੇ ਰੱਖੀ ਹੋਈ ਕਿਤੇ, ਬੁਰਾ ਹਾਲ। ਮੈਂ ਈਵਨ ਅਸੀਂ ਤਾਂ ਟੈਨਸ਼ਨ ਲੈਂਦੇ ਹੁੰਦੇ ਸੀਗੇ ਵੀ ਘਰ ਦੇ ਵੀ ਪਤਾ ਨਹੀਂ ਕੀ ਕਰੀ ਜਾ ਰਹੇ ਆ, ਵੀ ਕਿਉਂਕਿ ਸਾਨੂੰ ਉਸ ਚੀਜ਼ ਦਾ ਰਿਜ਼ਲਟ ਨਹੀਂ ਪਤਾ ਸੀਗਾ ਵੀ ਐਂ ਨਿਕਲ ਕੇ ਆਊਗਾ ਉਹ ਚੀਜ਼। ਅਤੇ ਬੜਾ ਘਰ ਦਾ ਡਿਸਕਸ਼ਨ ਹੋਣੀ ਵੀ ਪਤਾ ਨਹੀਂ ਕੀ ਲਿਖ ਰਹੇ ਹੈ, ਕੀ ਕਰ ਰਹੇ ਹੈ, ਪਰ ਉਹ ਚੀਜ਼ ਦਾ ਰਿਜ਼ਲਟ ਨਿਕਲ ਕੇ ਆਇਆ। ਕਿਉਂਕਿ ਲਿਖਣਾ ਆਪਾਂ ਨੂੰ ਵੀ ਪਤਾ ਵੀ ਇੰਨਾ ਸੌਖਾ ਨਹੀਂ ਹੈਗਾ। ਇਕੱਲੇ ਇਕਾਂਤ ਜਗ੍ਹਾ ਚਾਹੀਦੀ ਹੈ ਉਹ ਲਿਖਣ ਲਈ, ਬਹੁਤ ਮਿਹਨਤ ਚਾਹੀਦੀ ਹੈ ਲਿਖਣ ਲਈ, ਅਤੇ ਬਹੁਤ ਮਾਇੰਡ ਸ਼ਾਂਤ ਚਾਹੀਦਾ ਲਿਖਣ ਲਈ। ਈਵਨ ਅਸੀਂ ਸਾਡੇ ਨਾਲ ਗੱਲ ਵੀ ਨਹੀਂ ਕਰਦੇ ਸੀਗੇ ਜਮਾਂ ਵੀ, ਨਾ ਆਉਣਾ ਸਾਡੇ ਵੱਲ, ਨਾ ਮੈਂ ਕੋਈ ਗੱਲ ਕਹਿਣੀ ਉਹਦਾ ਰਿਸਪੌਂਸ ਵੀ ਨਾ ਦੇਣਾ, ਕਿਉਂਕਿ ਸਾਰਾ ਦਿਨ ਇਹਨਾਂ ਦਾ ਮਾਇੰਡ ਇਸ 'ਚ ਲੱਗਿਆ ਰਹਿੰਦਾ ਸੀਗਾ। ਕਿਉਂਕਿ ਨਿੱਤ ਤੋਂ ਨਿੱਤ ਲਿਖਦੇ ਸੀਗੇ, ਜੋ ਸੁਬਾਹ ਸੁਣਨ 'ਚ ਆਇਆ ਉਹਦੇ ਬਾਰੇ ਸੋਚਦੇ ਸੀਗੇ, ਜੋ ਦੁਪਹਿਰੇ ਸੁਣਨ 'ਚ ਆਇਆ ਉਹਦੇ ਬਾਰੇ ਸੋਚਦੇ ਸੀ। ਈਵਨ ਕਈ ਵਾਰ ਕੀ ਹੋਇਆ, ਸੁਬਾਹ ਥੋੜ੍ਹਾ ਜਿਹਾ ਲੇਟ ਉੱਠੇ ਤਾਂ ਮੈਂ ਪੁੱਛਿਆ ਵੀ ਪਾਪਾ ਤੁਸੀਂ ਤਾਂ ਲੇਟ ਨਹੀਂ ਉੱਠਦੇ ਹੁੰਦੇ, ਕਿਉਂਕਿ ਇਹਨਾਂ ਨੂੰ ਆਦਤ ਹੈ, ਗੁੱਡ ਹੈਬਿਟ ਹੈ ਵੀ 4 ਵਜੇ ਉੱਠ ਕੇ ਸੈਰ ਕਰਦੇ ਆਏ। ਤਾਂ ਇਹਨਾਂ ਨੇ ਦੱਸਿਆ ਵੀ ਮੈਂ ਸੋਇਆ ਹੀ 4 ਵਜੇ ਹਾਂ, ਵੀ ਮੇਰੀ ਇੱਕ ਗਜ਼ਲ ਫਸ ਗਈ ਸੀ, ਮੇਰਾ ਇੱਕ ਵਰਡ ਫਸ ਗਿਆ ਸੀ ਵੀ ਮੈਂ ਇਹਦੇ 'ਤੇ ਬਣਾਉਣਾ ਹੀ ਬਣਾਉਣਾ, ਜੇ ਅਗਲਾ ਦਿਨ ਟੱਪ ਗਿਆ ਤਾਂ ਮੇਰੇ ਤੋਂ ਬਣਨਾ ਨਹੀਂ। ਅੱਜ ਲੋਕ ਤਾਰੀਫ ਕਰਦੇ ਆ। ਹਾਂ, ਤਾਰੀਫ ਤਾਂ ਇੱਕ ਦਿਨ ਕੀ ਅਸੀਂ ਜਿਹੜਾ ਇਹ ਡਾਇਰੈਕਟਰ ਭਾਸ਼ਾ ਵਿਭਾਗ ਅਸੀਂ ਗਏ ਸੀ ਪਟਿਆਲੇ, ਅਤੇ ਸਾਨੂੰ ਤਾਂ ਐਂ ਸੀਗਾ ਵੀ ਉਹ ਡਾਇਰੈਕਟਰ ਐਂ ਬੜੇ ਲੋਕ ਐਂ ਵੀ ਬਸ ਹੱਥ ਫੋਟੋ ਖਿਚਵਾ ਕੇ ਵਗੈਰਾ ਉਹਨਾਂ ਨੇ ਜੋ ਵੀ ਸਨਮਾਨਿਤ, ਬਟ ਉਹਨਾਂ ਨੇ ਈਵਨ ਇੰਨਾ ਜ਼ਿਆਦਾ ਕੀਤਾ, ਉਹ ਲੱਗ ਹੀ ਨਹੀਂ ਰਿਹਾ ਸੀ ਉਹ ਕਿਸੇ ਪੋਸਟ 'ਤੇ ਬੈਠੇ ਹੈ।
ਤੇ ਉਹ ਬੜਾ ਸਾਡੇ ਨਾਲ ਇੰਨਾ ਘੁਲ ਮਿਲ ਗਏ, ਤਾਰੀਫ ਕੀਤੀ। ਬਹੁਤ ਜ਼ਿਆਦਾ ਤਾਰੀਫ ਕੀਤੀ ਉਹਨਾਂ ਨੇ, ਬਹੁਤ, ਕਿਉਂਕਿ ਉਹਨਾਂ ਨੇ ਨਾ ਇਸ ਚੀਜ਼ ਨੂੰ ਪੜ੍ਹਿਆ, ਇਸ ਚੀਜ਼ ਨੂੰ, ਕਿਉਂਕਿ ਉਹ ਵੀ ਇਸੀ ਫੀਲਡ ਦੇ ਨੇ, ਉਹ ਭਾਸ਼ਾ ਵਿਭਾਗ ਦੇ ਨੇ, ਉਹ ਵੀ ਗੁਜ਼ਰੇ ਹੋਣਗੇ ਉਹ ਵੀ ਗੁਜ਼ਰੇ ਹੋਏ ਨੇ, ਤੇ ਉਹ ਐਕਚੁਅਲੀ ਇਹ ਚੀਜ਼ ਵਰਡ ਹੈ ਨਾ ਜਿਹੜੇ ਹਰ ਵਿਅਕਤੀ ਨੇ ਹਾਂ ਝੇਲੇ ਹੋਏ ਨੇ। ਝੇਲੇ ਹੋਏ ਨੇ। ਤਾਂ ਉਹ ਉਹਨਾਂ ਨੇ ਮੈਨੂੰ ਵੀ ਕਿਹਾ ਵੀ ਤੁਸੀਂ ਕਿੱਦਾਂ ਫੀਲ ਕਰਦੇ ਹੋ, ਪ੍ਰਾਊਡ ਫੀਲ ਕਰਦੇ ਹੋ, ਤੁਹਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਤੁਹਾਡੇ ਫਾਦਰ 'ਤੇ। ਤੇ ਸਾਨੂੰ ਉਸ ਟਾਈਮ ਬਹੁਤ ਹੋਇਆ, ਮੈਂ ਵੀ ਸੀ, ਮੇਰਾ ਬ੍ਰਦਰ ਵੀ ਸੀਗਾ, ਉਹ ਪਟਿਆਲੇ ਕਰਦੀ ਹੈ, ਆਉਣ ਵਾਲੀ ਸੰਸਥਾ ਕਰਦੀਆਂ ਨੇ ਸਨਮਾਨ। ਹਾਂ ਬਹੁਤ ਜ਼ਿਆਦਾ। ਤੇ ਮੈਨੂੰ ਵੀ ਈਵਨ ਹੀ ਕਿਉਂਕਿ ਆਪਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਉਸ ਚੀਜ਼ ਬਾਰੇ, ਜਦੋਂ ਉਹ ਚੀਜ਼ ਉੱਭਰ ਕੇ ਆਉਂਦੀ ਹੈ ਫਿਰ ਹੀ ਉਹਦੇ ਬਾਰੇ ਇੰਨਾ ਪਤਾ ਲੱਗਦਾ। ਬਹੁਤ ਹੀ ਵਧੀਆ ਲੱਗਿਆ, ਬਹੁਤ ਜ਼ਿਆਦਾ। ਮੈਂ ਤਾਂ ਲੋਕਾਂ ਨੂੰ ਕਹਿਣਾ ਵੀ ਤੁਸੀਂ ਇੱਕ ਵਾਰ ਲਓ, ਇਹਨੂੰ ਪੜ੍ਹੋ। ਤੇ ਜਿਹਨੇ ਵੀ ਹੁਣ ਤੱਕ ਪੜ੍ਹਿਆ ਉਹਨੇ ਪਾਪਾ ਨੂੰ ਫੋਨ ਕਰਕੇ ਮੈਸੇਜ ਕਰਕੇ ਦੱਸਿਆ ਵੀ ਸਰ ਤੁਸੀਂ ਇੰਨਾ ਵਧੀਆ ਲਿਖਿਆ। ਈਵਨ ਮੈਂ ਇਹਦੀ ਉਹ ਪਾਈ ਸੀ, ਕੈਟਲੌਗ ਪਾਇਆ ਸੀਗਾ, ਤਾਂ ਉਹਦੇ ਵਿੱਚ ਮੇਰੇ ਦੋਸਤਾਂ ਨੇ ਬੜਾ ਰਿਪਲਾਈ ਕੀਤਾ ਤੇ ਬੜਾ ਪ੍ਰਾਊਡ ਫੀਲ ਕੀਤਾ। ਮੇਰੇ ਹੀ ਦੋਸਤਾਂ ਨੇ ਵੀ ਬੜਾ ਅੱਛਾ ਲਿਖਿਆ ਤੇਰੇ ਪਾਪਾ ਨੇ। ਬਸ ਹਾਂ ਬਿਲਕੁਲ ਜੀ, ਬਾਖੂਬੀ ਜਿਹੜਾ ਹੈਗਾ। ਦੱਸ ਦਈਏ ਕਿ ਕਈ ਸੰਸਥਾਵਾਂ ਨੇ ਜਿਸ 'ਚ ਸਰਕਾਰੀ ਸੰਸਥਾਵਾਂ ਵੀ ਆਉਂਦੀਆਂ ਨੇ ਔਰ ਪ੍ਰਾਈਵੇਟ ਸੰਸਥਾਵਾਂ ਵੀ ਆਉਂਦੀਆਂ ਨੇ, ਔਰ ਲੇਖਕ ਤੇ ਜਿਹੜੇ ਕਵੀ ਨੇ ਉਹ ਵੀ ਇਹਨਾਂ ਨੂੰ ਫੋਨ ਕਰਕੇ ਵਧਾਈ ਦਿੰਦੇ ਨੇ, ਕਿਉਂਕਿ ਇਹਨਾਂ ਜੋ ਲਿਖਿਆ, ਜੋ ਇਤਿਹਾਸ ਪਰੋਇਆ ਸ਼ਬਦਾਂ ਦੇ ਵਿੱਚ, ਤਾਂ ਬਾ ਕਮਾਲ ਨੇ ਜੀ। ਇੱਕ ਵਾਰ ਵਿਅਕਤੀ ਜਿਹੜਾ ਪੜ੍ਹੇਗਾ ਤਾਂ ਉਹ ਤਾਰੀਫ ਤਾਂ ਜ਼ਰੂਰ ਕਰੇਗਾ, ਨਾਲ ਹੀ ਨਾਲ ਧੰਨਵਾਦ ਵੀ ਕਰੇਗਾ, ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੇ ਬਹਿ ਕੇ ਇਹ ਕਿਤਾਬ ਲਿਖੀ, ਦੱਸਿਆ ਕਿ ਕਾਫੀ ਜ਼ਿਆਦਾ ਗਰਮੀ ਦੇ ਵਿੱਚ ਪਸੀਨੋ ਪਸੀਨੀ ਹੋ ਕੇ, ਇਕਾਂਤ ਹੋ ਕੇ ਜਿਹੜਾ ਇਹਨਾਂ ਨੇ ਇਹ ਸਾਰਾ ਕੁਛ ਪਰੋਇਆ। ਸਵੇਰ ਤੋਂ ਸ਼ਾਮ ਤੱਕ ਕੀ ਹੋਣਾ ਉਹ ਇੱਕ ਆਪਣੇ ਸ਼ਬਦਾਂ ਦੇ ਵਿੱਚ ਪਰੋਇਆ, ਤੇ ਇਹਨਾਂ ਨੂੰ ਬਹੁਤ ਜ਼ਿਆਦਾ ਸਨਮਾਨਿਤ ਰੋਜ਼ਾਨਾ ਜਿਹੜੇ ਲੋਕ ਉਹ ਕਰ ਰਹੇ ਨੇ। ਦੱਸ ਦਈਏ ਕਰੋਨਾ ਕਾਲ ਜਿਹੜੀ ਇਹ ਕਿਤਾਬ ਆ, ਇਹਨੂੰ ਰਚੇਤਾ ਜਿਹੜਾ ਸ਼੍ਰੀ ਮਦਨ ਮਧੋਤ ਜੀ ਨੇ, ਜਿਨ੍ਹਾਂ ਨੇ ਕਿਤਾਬ ਲਿਖਿਆ, ਉਹਨਾਂ ਨੂੰ ਲਗਾਤਾਰ ਜਿਹੜਾ ਹੈਗਾ ਸਨਮਾਨਿਤ ਅਲੱਗ-ਅਲੱਗ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ। ਅੱਗੇ ਵੀ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਹੋਰ ਵੀ ਕਈ ਵਿਭਾਗ ਜਾਂ ਫਿਰ ਅਦਾਰੇ ਜਿਹੜੇ ਉਹ ਸਨਮਾਨਿਤ ਕਰਨ ਜਾ ਰਹੇ ਨੇ, ਕਿਉਂਕਿ ਇਹਨਾਂ ਨੇ ਜੋ ਲਿਖਿਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਤਾਬ ਦੇ ਵਿੱਚੋਂ ਇਤਿਹਾਸ ਲੱਭਿਆ ਜਾਵੇ ਤੇ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਦਿਨਾਂ ਬਾਰੇ ਜਾਣਕਾਰੀ ਮਿਲ ਸਕੇ, ਉਹ ਵੀ ਬਾ ਸਮਾਂ, ਤਾਰੀਖ ਬਕਾਇਦਾ। ਮੈਨੂੰ ਦੇ ਇਜਾਜ਼ਤ, ਦੁਬਾਰਾ ਫਿਰ ਨਵੀਂ ਕਿਸੇ ਸ਼ਖਸੀਅਤ ਨਾਲ ਮੁਲਾਕਾਤ ਕਰਨ ਮੌਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਜੈ ਹਿੰਦ। ਮਲੇਰਕੋਟਲਾ ਤੋਂ ਕੈਮਰਾਮੈਨ ਪਰਦੇ ਨਾਲ ਸੁੱਖਾ ਖੇੜੀਵਾਲਾ।